हमदर्द टीवी देखने वाले सारे दर्शकों का बहुत बहुत स्वागत है साडे प्रोग्राम इमीग्रेशन मैटर्स विच मैं हरजीत कौर हाजिर हां जी लैके अज कैनेडियन इमीग्रेशन संबंधी ताज़ा अपडेट। सो पिछले एक वीक दे विच जी कुछ नवीं अपडेशनस देखने को मिलियां ने, उन्हां अपडेशनस के बारे में गलबात करांगे। कैनेडियन इमीग्रेशन संबंधी तुहाडा कोई सवाल है तो अज के लाइव प्रोग्राम में कॉल कर सकते हो तुहाडे सवालों के जवाब देने लई ते कैनेडियन इमीग्रेशन संबंधी जो नवी अपडेशन आई है उसके बारे जानकारी देने लई साडे नाल जुड़ चुके हैं जी CWC इमीग्रेशन तो गुरप्रीत खरा जी। बहुत बहुत स्वागत है सर। बहुत बहुत शुक्रिया तरन ते सारे दर्शकों ਨੂੰ ਸਤਿ ਸ਼੍ਰੀ ਅਕਾਲ ਜੀ। सर एक हफ्ते ਦੇ ਵਿੱਚ ਕਾਫੀ ਜ਼ਿਆਦਾ ਕੁਝ ਨਵੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ। ਆਪਾਂ ਲਾਸਟ ਟਾਈਮ ਪ੍ਰੋਟੈਸਟ ਦੀ ਗੱਲ ਕੀਤੀ ਸੀ, ਸਪਾਊਸ ਵੀਜ਼ਾ ਨੂੰ ਲੈ ਕੇ ਪ੍ਰੋਟੈਸਟ ਹੋ ਰਹੇ ਨੇ। ਸੋ ਜਿਹੜੀ ਨਵੀਂ ਅਪਡੇਸ਼ਨ ਇਸ ਵਕਤ ਸੁਣਨ ਦੇ ਵਿੱਚ ਆ ਰਹੀ ਹੈ ਉਹ ਹੈਗੀ ਰਿਫਿਊਜੀਜ਼ ਨੂੰ ਲੈ ਕੇ। ਕੀ ਇਹ ਨਵੀਂ ਅਪਡੇਸ਼ਨ ਹੈ? ਤਰਨ ਜਿਹੜੇ ਰੈਫਿਊਜੀ ਨੇ ਉਹਨਾਂ ਨੂੰ ਪਰਮਨੈਂਟ ਰੈਜ਼ੀਡੈਂਸ ਦਾ ਇੱਕ ਪਾਥਵੇ ਦਿੱਤਾ ਗਿਆ, ਉਹਨਾਂ ਨੂੰ ਮੌਕਾ ਦਿੱਤਾ ਗਿਆ ਕਿ ਉਹ ਪਰਮਨੈਂਟ ਰੈਜ਼ੀਡੈਂਸ ਜਿਹੜੀ ਉਹ ਲੈ ਸਕਣਗੇ ਪਾਥਵੇ ਦੇ ਥਰੂ। ਜਿਹੜੇ ਹੈਲਥ ਕੇਅਰ ਵਰਕਰਸ ਦੇ ਤੌਰ ਤੇ ਕੰਮ ਕਰ ਰਹੇ ਨੇ ਜੀ। ਇਹ ਗੱਲ ਜਦੋਂ COVID-19 ਸ਼ੁਰੂ ਹੋਇਆ ਓਨਟਾਰੀਓ ਤੇ ਕੁਬੈਕ ਦੇ ਵਿੱਚੋਂ ਉਸ ਸਮੇਂ ਇਹ ਗੱਲ ਚੱਲੀ ਸੀ ਕਿ ਬਹੁਤ ਸਾਰੇ ਰੈਫਿਊਜੀ ਕਲੇਮੈਂਟ ਨੇ ਉਹ ਓਲਡ ਏਜ ਹੋਮਸ, ਹਾਰਟ ਹਸਪੀਟਲਸ ਦੇ ਵਿੱਚੋਂ ਜਾਂ ਅਸਿਸਟਡ ਲਿਵਿੰਗ ਕੇਅਰ ਫੈਸਿਲਿਟੀਜ਼ 'ਚੋਂ ਕੰਮ ਕਰਦੇ ਆ ਤੇ ਉਹ ਬਿਲਕੁਲ ਫਰੰਟ ਲਾਈਨ ਵਰਕਰਸ ਨੇ ਜਿੱਥੇ ਕਿ ਉਹ ਸਿੱਧੇ ਐਕਸਪੋਜ਼ਡ ਹੈਗੇ ਨੇ ਉਹਨਾਂ ਸਿਚੁਏਸ਼ਨਸ ਦੇ ਵਿੱਚੋਂ। ਤੇ ਉਸ ਵੇਲੇ ਕੁਬੈਕ ਸਰਕਾਰ ਨੇ ਇਹ ਗੱਲ ਆਖੀ ਸੀ ਕਿਉਂਕਿ ਉਹਨਾਂ ਕੋਲ ਬੰਦਿਆਂ ਦੀ ਘਾਟ ਸੀਗੀ ਲੌਂਗ ਟਰਮ ਕੇਅਰ ਫੈਸਿਲਿਟੀਜ਼ ਦੇ ਵਿੱਚੋਂ ਕਿ ਜਿਹੜੇ ਰੈਫਿਊਜੀ ਹੋਣਗੇ ਉਹਨਾਂ ਨੂੰ ਅੱਗੇ ਪਰਮਨੈਂਟ ਹੋਣ ਦਾ ਕੋਈ ਪਾਥਵੇ ਚਲਾਇਆ ਜਾਊਗਾ ਤਾਂ ਕਿ ਉਹਨਾਂ ਨੂੰ ਕੰਪਨਸੇਟ ਕੀਤਾ ਜਾ ਸਕੇ, ਉਹਨਾਂ ਨੂੰ ਰਿਵਾਰਡ ਕੀਤਾ ਜਾ ਸਕੇ ਉਹਨਾਂ ਦੇ ਕੰਮ ਲਈ। ਸੋ ਇਹ ਕਾਫੀ ਸਮਾਂ ਇਹ ਗੱਲ ਚੱਲਦੀ ਰਹੀ ਤੇ ਹੁਣ 14 ਅਗਸਤ ਨੂੰ ਮਿਨਿਸਟਰ ਆਫ ਇਮੀਗ੍ਰੇਸ਼ਨ ਨੇ ਇਹ ਪਾਥਵੇ ਹੈ ਜਿਹੜਾ ਉਹ ਸ਼ੁਰੂ ਕੀਤਾ ਹੈਗਾ। ਸੋ ਇਹ ਪਾਥਵੇ ਦੇ ਵਿੱਚੋਂ ਕੋਈ ਵੀ ਰਿਫਿਊਜੀ ਕਲੇਮੈਂਟ ਹੈਗਾ ਜਿਹੜਾ ਉਹ ਜੇ ਹਸਪੀਟਲ ਦੇ ਵਿੱਚੋਂ, ਲੌਂਗ ਟਰਮ ਕੇਅਰ ਚੋਂ, ਅਸਿਸਟਡ ਲਿਵਿੰਗ ਦੇ ਵਿੱਚੋਂ ਜਾਂ ਹੋਮ ਕੇਅਰ ਦੇ ਵਿੱਚੋਂ ਐਜ਼ ਐਨ ਆਰਡਰਲੀ, ਨਰਸ, ਨਰਸਿੰਗ ਏਡ, ਅਸਿਸਟੈਂਟ ਆਰਡਰਲੀ ਜਾਂ ਹੋਮ ਕੇਅਰ ਵਰਕਰ ਦੇ ਤੌਰ ਤੇ ਕੰਮ ਕਰ ਰਿਹਾ ਉਹ ਇਹ 'ਚ ਕੁਆਲੀਫਾਈ ਕਰੂਗਾ। ਪਰ ਇਹਦੀਆਂ ਕਾਫੀ ਕੰਡੀਸ਼ਨਸ ਹੈਗੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਕੰਡੀਸ਼ਨ ਹੈ ਕਿ ਤੁਹਾਡਾ ਜਿਹੜਾ ਰੈਫਿਊਜੀ ਕਲੇਮ ਹੈ ਉਹ 13 ਮਾਰਚ ਤੋਂ ਪਹਿਲਾਂ ਹੋਇਆ ਹੋਣਾ ਚਾਹੀਦਾ, 13 ਮਾਰਚ ਤੋਂ। ਸੋ ਜੇ ਤੁਸੀਂ ਕਲੇਮ 13 ਮਾਰਚ 2020 ਤੋਂ ਬਾਅਦ 'ਚ ਕੀਤਾ ਫਿਰ ਤੁਸੀਂ ਇਹ ਪ੍ਰੋਗਰਾਮ ਲਈ ਕੁਆਲੀਫਾਈ ਨਹੀਂ ਕਰੋਗੇ ਜੀ। ਦੂਜਾ, ਤੁਹਾਡੇ ਘੱਟੋ ਘੱਟ 120 ਘੰਟੇ ਕੰਮ ਦੇ ਹੋਣੇ ਚਾਹੀਦੇ ਨੇ 13 ਮਾਰਚ ਤੋਂ ਲੈ ਕੇ 14 ਅਗਸਤ ਦੇ ਵਿਚਾਲੇ। ਸੋ ਜਿਹੜਾ ਤੁਸੀਂ ਹੈਲਥ ਕੇਅਰ ਦਾ ਕੰਮ ਕਰਦੇ ਹੋ ਉਹਦੇ ਵਿੱਚ ਘੱਟੋ ਘੱਟ 120 ਘੰਟੇ ਹੋਣੇ ਚਾਹੀਦੇ ਨੇ ਤੁਹਾਡੇ। ਤੇ ਦੂਜਾ 31 ਅਗਸਤ 2021 ਤੱਕ, ਕਿਉਂਕਿ ਉਦੋਂ ਤੱਕ ਇਹ ਪ੍ਰੋਗਰਾਮ ਚੱਲਣਾ ਹੈਗਾ ਜੀ, ਉਦੋਂ ਤੱਕ ਤੁਹਾਡੇ ਘੱਟੋ ਘੱਟ 6 ਮਹੀਨੇ ਦਾ ਐਕਸਪੀਰੀਅੰਸ ਇਹਦੇ ਵਿੱਚ ਹੋਣਾ ਜ਼ਰੂਰੀ ਹੈਗਾ। ਜੇ ਤੁਹਾਡਾ ਕਲੇਮ ਹੈ ਉਹ ਡਿਨਾਈ ਹੋਇਆ ਹੈਗਾ ਤੇ ਫਿਰ ਤੁਸੀਂ ਇਹਦੇ ਲਈ ਐਲੀਜੀਬਲ ਨਹੀਂ ਹੈਗੇ। ਤੇ ਦੂਜਾ ਇੱਕ ਕੰਮ ਹੈ ਜਿਹੜਾ ਤੁਸੀਂ ਵਰਕ ਪਰਮਿਟ ਤੇ ਕੀਤਾ ਹੋਣਾ ਚਾਹੀਦਾ। ਸੋ ਤੁਸੀਂ ਰੈਫਿਊਜੀ ਕਲੇਮ ਕਰਿਆ, ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲ ਗਿਆ, ਵਰਕ ਪਰਮਿਟ ਮਿਲਣ ਤੋਂ ਬਾਅਦ ਤੁਸੀਂ ਉਹ ਕੰਮ ਕੀਤਾ, ਉਹੀ ਕੰਮ ਦਾ ਐਕਸਪੀਰੀਅੰਸ ਹੈ ਜਿਹੜਾ ਤੁਹਾਡਾ ਵੈਲਿਡ ਐਕਸਪੀਰੀਅੰਸ ਮੰਨਿਆ ਜਾਊਗਾ। ਸੋ ਜੇ ਬਿਨਾਂ ਵਰਕ ਪਰਮਿਟ ਤੋਂ ਕੰਮ ਕੀਤਾ ਸੀ ਤੇ ਫਿਰ ਨਹੀਂ। ਤੁਹਾਡਾ ਕਲੇਮ ਅਬੈਂਡਨ ਹੋ ਗਿਆ। ਅਬੈਂਡਨ ਦਾ ਮਤਲਬ ਹੈ ਤੁਹਾਨੂੰ ਪੇਸ਼ੀ ਤੇ ਬੁਲਾਇਆ ਗਿਆ ਸੀ ਪਰ ਤੁਸੀਂ ਪੇਸ਼ੀ ਤੇ ਨਹੀਂ ਪਹੁੰਚੇ ਤੇ ਫਿਰ ਉਹਨੂੰ ਕਲੇਮ ਨੂੰ ਅਬੈਂਡਨ ਮੰਨਿਆ ਜਾਂਦਾ ਹੈਗਾ, ਫਿਰ ਵੀ ਤੁਸੀਂ ਇਹ 'ਚ ਐਲੀਜੀਬਲ ਨਹੀਂ ਹੋ ਪਾਓਗੇ ਜੀ। ਤੇ ਦੂਜਾ, ਜਿਹੜੇ ਤੁਹਾਡੇ ਕੋਈ ਰਿਲੇਟਿਵ ਨੇ ਚਾਹੇ ਉਹ ਕੈਨੇਡਾ ਤੋਂ ਬਾਹਰ ਨੇ, ਮਤਲਬ ਹਸਬੈਂਡ ਵਾਈਫ ਹੈ ਜਾਂ ਤੁਹਾਡੇ ਬੱਚੇ ਹੈਗੇ ਨੇ, ਉਹਨਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਹੈ ਜਿਹੜਾ ਉਹ ਕਰਿਆ ਜਾਊਗਾ। ਸੋ ਇਹ ਜਿਹੜਾ ਕ੍ਰਾਈਟੇਰੀਆ ਹੈਗਾ ਜੇ ਕੋਈ ਉਹਦੇ ਤੇ ਫੋਲੋ ਕਰੂਗਾ ਤੇ ਫਿਰ ਉਹਦਾ ਪ੍ਰੋਸੈਸ ਹੈ ਉਹਦਾ ਪੋਸੀਬਿਲਿਟੀ ਹੋ ਸਕੂਗੀ। ਪਰ ਇਹਦੇ ਨਾਲ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਉਹ ਹੈਗੀ ਹੈ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕੈਨੇਡਾ ਦੇ ਬਾਕੀ ਹਿੱਸਿਆਂ 'ਚੋਂ ਰਹਿੰਦੇ ਨੇ, ਉਹਨਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਮੌਂਟਰੀਅਲ ਜਾ ਕੇ ਰੈਫਿਊਜੀ ਕਲੇਮ ਹੈ ਜਿਹੜਾ ਉਹ ਕਰਨ। ਜੇ ਉਹ ਮੌਂਟਰੀਅਲ ਜਾ ਕੇ ਰੈਫਿਊਜੀ ਕਲੇਮ ਕਰਦੇ ਨੇ ਤਾਂ ਟੈਕਨੀਕਲੀ ਉਹਨਾਂ ਨੂੰ ਕੋਈ ਮੌਂਟਰੀਅਲ ਦਾ ਐਡਰੈਸ ਹੈ ਜਿਹੜਾ ਉਹ ਦੇਣਾ ਪੈਂਦਾ ਹੈਗਾ। ਪਰ ਉਹ ਜੇ ਐਡਰੈਸ ਉਹਨਾਂ ਨੇ ਮੌਂਟਰੀਅਲ ਦਾ ਦਿੱਤਾ, ਕੰਮ ਉਹ ਕਿਸੇ ਹੋਰ ਪ੍ਰੋਵਿੰਸ ਦੇ ਵਿੱਚੋਂ ਕਰ ਰਹੇ ਨੇ ਤਾਂ ਵੀ ਉਹਨੂੰ ਲੈਜਿਟਿਮੇਟ ਨਹੀਂ ਮੰਨਿਆ ਜਾਊਗਾ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਇਸ਼ੂ ਹੈਗਾ ਜਿਹਨੂੰ ਤੁਹਾਨੂੰ ਧਿਆਨ 'ਚ ਰੱਖਣ ਦੀ ਜ਼ਰੂਰਤ ਹੈ। ਜੇ ਤੁਹਾਡਾ ਕੁਬੈਕ ਦਾ ਐਡਰੈਸ ਹੈ ਤੇ ਫਿਰ ਤੁਹਾਨੂੰ ਕੁਬੈਕ ਸਿਲੈਕਸ਼ਨ ਸਰਟੀਫਿਕੇਟ ਲੈਣਾ ਪੈਣਾ ਹੈਗਾ। ਪਰ ਕੁਬੈਕ ਸਿਲੈਕਸ਼ਨ ਸਰਟੀਫਿਕੇਟ ਤਾਂ ਹੀ ਮਿਲੂਗਾ ਨਾ ਤਰਨ ਜੇ ਤੁਸੀਂ ਕੁਬੈਕ 'ਚ ਕੰਮ ਕਰਦੇ ਹੋ। ਜੇ ਤੁਸੀਂ ਕਿਤੇ ਹੋਰ ਕੰਮ ਕਰਦੇ ਹੋ ਤਾਂ ਮਤਲਬ ਤੁਹਾਡੀ ਇੰਟੈਂਸ਼ਨ ਨਹੀਂ ਹੈਗੀ। ਸੋ ਜਿਹੜਾ ਕੋਈ ਵੀ ਇੰਡੀਵਿਜੂਅਲ ਕੁਬੈਕ ਦੇ ਵਿੱਚ ਰਹਿੰਦਾ ਤੇ ਉਹਨੇ ਕੁਬੈਕ 'ਚ ਕਲੇਮ ਫਾਈਲ ਕਰਿਆ ਤੇ ਕੁਬੈਕ 'ਚ ਕੰਮ ਕਰਦਾ ਉਹ ਤਾਂ ਐਲੀਜੀਬਲ ਹੋਊਗਾ। ਇਹ ਨਹੀਂ ਕਿ ਕੁਬੈਕ 'ਚ ਕਲੇਮ ਫਾਈਲ ਕਰਤਾ, ਰਹਿੰਦੇ ਕਿਤੇ ਹੋਰ ਹੋ ਤੇ ਫਿਰ ਤੁਸੀਂ ਉਹਦਾ ਫਾਈਲ ਕਰੋਗੇ ਤਾਂ ਤੁਹਾਨੂੰ ਸਿਲੈਕਸ਼ਨ ਸਰਟੀਫਿਕੇਟ ਨਹੀਂ ਮਿਲੂਗਾ। ਕੀ ਸਿਰਫ ਫੈਡਰਲ ਲੈਵਲ ਦਾ ਪ੍ਰੋਗਰਾਮ ਹੈ ਜਾਂ ਫਿਰ ਸਿਰਫ ਕਿਊਬੈਕ ਲੈਵਲ ਦੀ ਪ੍ਰੋਗਰਾਮ ਹੈ ਕਿ ਸਿਰਫ ਕਿਊਬੈਕ ਨੇ ਹੀ ਇਹ ਜਿਹੜੀ ਅਪਰਚੂਨਿਟੀਜ਼ ਕੱਢੀਆਂ ਨੇ? ਜਿਵੇਂ ਕੋਈ ਅੰਟਾਰੀਓ ਦੇ ਵਿੱਚ ਹੈ ਜਿਹਨੇ ਅਸਾਈਲਮ
ਵਰਕਰ ਹੈਗੇ ਆ ਜਾਂ ਰਿਫਿਊਜੀ ਕਲੇਮ ਕੀਤਾ ਹੋਇਆ ਉਹ ਵੀ ਅਪਲਾਈ ਕਰ ਸਕਦੇ ਆ? ਬਿਲਕੁਲ ਕਰ ਸਕਦੇ ਆ, ਇਹ ਪੂਰਾ ਫੈਡਰਲ ਪ੍ਰੋਗਰਾਮ ਹੈ। ਪਰ ਕਿਬੈਕ ਦੇ ਵਿੱਚ ਜੇ ਤੁਸੀਂ ਹੈਗੇ ਤਾਂ ਕਿਬੈਕ ਸਿਲੈਕਸ਼ਨ ਸਰਟੀਫਿਕੇਟ ਲੈਣਾ ਜ਼ਰੂਰੀ ਹੈ, ਕਿਉਂਕਿ ਕਿਬੈਕ ਕੋਲੇ ਅਧਿਕਾਰ ਹੈ ਕਿ ਕਿਬੈਕ ਆਪਦੇ ਜਿਹੜੇ ਸਿਲੈਕਸ਼ਨ ਹੈ ਉਹ ਆਪ ਕਰ ਸਕਦਾ ਹੈਗਾ। ਸੋ ਪਰ ਜਿਹੜਾ ਟ੍ਰੈਂਡ ਹੈਗਾ ਜੋ ਲੋਕ ਆਮ ਤੌਰ ਤੇ ਕਰਦੇ ਆ ਉਹ ਇਹੀ ਕਰਦੇ ਆ ਕਿ ਉਹ ਕਿਬੈਕ ਦੇ ਵਿੱਚੋਂ ਜਾ ਕੇ ਹੀ ਰਿਫਿਊਜੀ ਕਲੇਮ ਪਾਉਣਾ ਪਸੰਦ ਕਰਦੇ ਆ। ਰੀਜ਼ਨ ਹੈਗਾ ਉਹਨਾਂ ਦਾ ਇਹ ਵਿਚਾਰ ਹੈ ਕਿ ਸ਼ਾਇਦ ਉੱਥੇ ਕਲੇਮ ਸੌਖੇ ਤਰੀਕੇ ਨਾਲ ਜਿਹੜਾ ਹੋ ਜਾਂਦਾ ਹੈਗਾ, ਸੁਖਾਲੇ ਤਰੀਕੇ ਨਾਲ ਹੋ ਜਾਂਦਾ। ਪਰ ਜੇ ਉਹ ਸੁਖਾਲੇ ਤਰੀਕੇ ਨਾਲ ਹੁੰਦਾ ਫਿਰ ਜਦੋਂ ਵੀ ਤੁਸੀਂ ਰੈਫਿਊਜੀ ਕਲੇਮ ਕਰਦੇ ਹੋ ਉਸ ਵੇਲੇ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਰਿਮੂਵਲ ਆਰਡਰ ਹੈ ਜਿਹੜਾ ਉਹ ਮਿਲ ਜਾਂਦਾ, ਪਰ ਉਹ ਅਨਇਨਫੋਰਸੇਬਲ ਹੁੰਦਾ, ਉਹ ਤਾਕਤ ਨਹੀਂ ਹੁੰਦੀ, ਐਕਟ ਨਹੀਂ ਕੀਤਾ ਜਾ ਸਕਦਾ ਵੀ ਇਹਨੂੰ ਰਿਮੂਵ ਕੀਤਾ ਜਾ ਸਕੇ ਜਦੋਂ ਤੱਕ ਤੁਹਾਡੇ ਕੇਸ ਤੇ ਫੈਸਲਾ ਨਹੀਂ ਹੋ ਜਾਂਦਾ। ਇਹਦੇ ਨਾਲ ਕਿਉਂਕਿ ਤੁਸੀਂ ਰਿਮੂਵਲ ਆਰਡਰ ਦੇ ਥੱਲੇ ਹੋ ਤੁਹਾਨੂੰ ਅਕਨੋਲਜਮੈਂਟ ਆਫ ਕੰਡੀਸ਼ਨਸ ਵੀ ਦਿੱਤੀਆਂ ਜਾਂਦੀਆਂ ਨੇ। ਅਕਨੋਲਜਮੈਂਟ ਆਫ ਕੰਡੀਸ਼ਨਸ ਦਾ ਮਤਲਬ ਹੈਗਾ ਕਿ ਤੁਸੀਂ ਰਿਹਾ ਕੀਤੇ ਜਾਂਦੇ ਹੋ, ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਜਾਊਗਾ, ਪਰ ਤੁਸੀਂ ਆ ਫੋਲੋਇੰਗ ਕੰਡੀਸ਼ਨ ਨੂੰ ਮੰਨਣਾ। ਉਹ ਸਭ ਤੋਂ ਪਹਿਲੀ ਹੈਗੀ ਜੇ ਤੁਸੀਂ ਐਡਰੈਸ ਚੇਂਜ ਕਰਨਾ ਤੁਸੀਂ 72 ਘੰਟੇ ਪਹਿਲਾਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਦੱਸਣਾ। ਤੁਸੀਂ ਬਿਨਾਂ ਵਰਕ ਪਰਮਿਟ ਦੇ ਕੰਮ ਨਹੀਂ ਕਰ ਸਕਦੇ। ਜੇ ਤੁਹਾਨੂੰ ਬੁਲਾਇਆ ਜਾਊਗਾ ਤੁਸੀਂ ਆਪਣੀ ਹਾਜ਼ਰੀ ਦੇਣੀ ਹੈ। ਸੋ ਸਾਰੀਆਂ ਕੰਡੀਸ਼ਨਸ ਨੇ। ਹੁਣ ਜੇ ਕੋਈ ਕਿਬੈਕ ਚੋਂ ਆਪਦਾ ਰੈਫਿਊਜੀ ਕਲੇਮ ਕਰਦਾ ਹੈ, ਐਡਰੈਸ ਉਹਨੇ ਕਿਬੈਕ ਦਾ ਦਿੱਤਾ ਹੈ, ਪਰ ਉਹ ਕੰਮ ਕਰਨ ਕਿਤੇ ਬਾਅਦ ਚਲੇ ਗਿਆ ਤਾਂ ਉਹ ਐਕਚੁਅਲੀ ਤਾਂ ਆਪਦੀ ਕੰਡੀਸ਼ਨ ਬ੍ਰੀਚ ਹੈ ਜਿਹੜੀ ਉਹ ਕਰ ਰਿਹਾ ਹੈਗਾ ਜੀ। ਸੋ ਇਸੇ ਕਰਕੇ ਹੀ ਉਹੀ ਲੋਕ ਜਿਹੜੇ ਜਿਨ੍ਹਾਂ ਨੇ ਕਿਬੈਕ 'ਚ ਕਲੇਮ ਕੀਤੇ ਨੇ ਉਹ ਜੇ ਕਿਬੈਕ 'ਚ ਹੀ ਕੰਮ ਕਰਦੇ ਨੇ ਤਾਂ ਹੀ ਕੁਆਲੀਫਾਈ ਕਰ ਸਕਣਗੇ। ਮੈਂ ਦੱਸਣ ਦੀ ਕੋਸ਼ਿਸ਼ ਇਹ ਕਰ ਰਿਹਾ ਸੀ ਕਿ ਤੁਸੀਂ ਓਨਟਾਰੀਓ 'ਚੋਂ ਕਰ ਸਕਦੇ ਹੋ, ਪਰ ਜੇ ਕਲੇਮ ਕਿਬੈਕ 'ਚ ਫਾਈਲ ਕੀਤਾ ਫਿਰ ਓਨਟਾਰੀਓ 'ਚ ਤੁਸੀਂ ਐਲੀਜੀਬਲ ਨਹੀਂ ਹੋਵੋਗੇ। ਤੇ ਬਹੁਤੇ ਲੋਕ ਇਹੀ ਕਰ ਰਹੇ ਨੇ ਜੀ। ਪਰ ਜਿਹੜੇ ਲੋਕਾਂ ਨੇ ਓਨਟਾਰੀਓ 'ਚ ਰਹਿੰਦੇ ਆ ਤੇ ਉਹਨੇ ਓਨਟਾਰੀਓ 'ਚ ਹੀ ਕਲੇਮ ਫਾਈਲ ਕੀਤਾ ਤੇ ਉਹ ਬਾਕੀ ਕੰਡੀਸ਼ਨ ਜੋ ਆਪਾਂ ਗੱਲ ਕੀਤੀਆਂ ਨੇ ਤੇ ਓਨਟਾਰੀਓ 'ਚੋਂ ਕੰਮ ਕਰ ਰਹੇ ਨੇ ਉਹ ਜ਼ਰੂਰ ਕੁਆਲੀਫਾਈ ਕਰ ਜਾਣਗੇ ਜੀ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਤੁਸੀਂ ਜਿਵੇਂ ਗੱਲ ਕੀਤੀ 120 ਘੰਟੇ ਦਾ ਐਕਸਪੀਰੀਅੰਸ ਦੇ ਨਾਲ ਦੀ ਨਾਲ 6 ਮਹੀਨੇ ਦਾ ਵੀ ਤੁਹਾਡਾ ਹੋਣਾ ਪੂਰਾ ਟਾਈਮ ਪੀਰੀਅਡ ਜ਼ਰੂਰੀ ਹੈ। ਜੇ ਕਿਸੇ ਦਾ ਅਜੇ ਇਸ ਟਾਈਮ ਐਕਸਪੀਰੀਅੰਸ ਨਹੀਂ ਬਣ ਰਿਹਾ ਬਟ ਸੇਮ ਫੀਲਡ ਦੇ ਵਿੱਚ ਕੰਮ ਕਰ ਰਿਹਾ, ਕੀ ਉਹ ਅਪਲਾਈ ਕਰ ਸਕਦਾ ਹੈ? ਸਭ ਤੋਂ ਪਹਿਲਾਂ ਤਾਂ ਹੁਣ 13 ਮਾਰਚ ਤੋਂ ਲੈ ਕੇ 14 ਅਗਸਤ ਦੇ ਵਿੱਚ ਘੱਟੋ ਘੱਟ 120 ਘੰਟੇ ਐਕਸਪੀਰੀਅੰਸ ਹੋਣਾ ਚਾਹੀਦਾ, ਮਿਨੀਮਮ 120 ਆਵਰਸ, ਜਿਹੜਾ ਕਿ ਬਹੁਤਾ ਨਹੀਂ ਹੈਗਾ। ਇੰਨੇ ਮਹੀਨਿਆਂ ਦੇ ਵਿੱਚੋਂ 5 ਮਹੀਨਿਆਂ 'ਚੋਂ 120 ਘੰਟੇ ਐਕਸਪੀਰੀਅੰਸ ਕੋਈ ਬਹੁਤ ਬਿਲਕੁਲ ਬਣ ਸਕਦਾ ਜੀ। 6 ਮਹੀਨੇ ਉਦੋਂ ਤੱਕ ਹੋਣਾ ਚਾਹੀਦਾ ਜਦੋਂ ਕਿ 31 ਅਗਸਤ 2021 ਤੱਕ, 31 ਅਗਸਤ 2021 ਤੱਕ 6 ਮਹੀਨੇ ਪੂਰੇ ਹੋਣੇ ਚਾਹੀਦੇ ਨੇ। ਕਿਉਂਕਿ ਕਈ ਇਹੋ ਜਿਹੀਆਂ ਸਰਕਮਸਟੈਂਸਸ ਨੇ ਸਾਨੂੰ ਜਿੱਥੇ ਘੱਟ ਘੰਟੇ ਕੰਮ ਕਰਨ ਨੂੰ ਮਿਲਦਾ ਹੈਗਾ, ਤੁਸੀਂ ਫੁੱਲ ਟਾਈਮ ਨਹੀਂ ਹੈਗੇ। ਜੇ ਫੁੱਲ ਟਾਈਮ ਰਿਕੁਆਇਰਮੈਂਟ ਹੁੰਦੀ ਫਿਰ ਤਾਂ ਕੁਆਲੀਫਾਈ ਨਹੀਂ ਕਰਨਾ ਸੀ, ਕਿਉਂਕਿ ਫਿਰ ਉਹਨਾਂ ਐਕਸਪੀਰੀਅੰਸ ਹੀ ਨਹੀਂ ਤੁਹਾਡਾ ਬਣਨਾ। 120 ਘੰਟੇ ਦਾ ਬਹੁਤ ਮਿਨੀਮਮ ਵੈਰੀ ਪਾਰਟ ਟਾਈਮ ਐਕਸਪੀਰੀਅੰਸ ਹੈਗਾ। ਤੋ ਪਰ ਇਹ ਵੀ ਕੰਡੀਸ਼ਨ ਨਹੀਂ ਰੱਖੀ ਕਿ ਪਹਿਲਾਂ 6 ਮਹੀਨੇ ਐਕਸਪੀਰੀਅੰਸ ਕਰੋ ਫਿਰ ਅਪਲਾਈ ਕਰੋ, ਨਹੀਂ। ਕੰਡੀਸ਼ਨ ਇਹ ਹੈਗੀ ਹੈ ਕਿ 31 ਅਗਸਤ 2021 ਤੱਕ 6 ਮਹੀਨੇ ਹੋਣਾ ਚਾਹੀਦਾ। ਸਮਟਾਈਮਸ ਕੀ ਹੁੰਦਾ, ਕੁਝ ਲੋਕ ਇਸ ਫੀਲਡ ਦੇ ਵਿੱਚ ਡਾਇਰੈਕਟ ਜੌਬ ਕਰਨ ਦੀ ਬਜਾਏ ਏਜੰਸੀਜ਼ ਦੇ ਥਰੂ ਵਰਕ ਕਰਦੇ ਨੇ, ਕਿ ਉਹ ਵੀ ਇਹਦੇ ਲਈ ਐਲੀਜੀਬਲ ਹੋਣਗੇ? ਬਿਲਕੁਲ ਕਰਨ, ਤੁਸੀਂ ਚਾਹੇ ਏਜੰਸੀ ਜਾਂ ਆਰਗੇਨਾਈਜੇਸ਼ਨ ਦੇ ਥਰੂ ਵੀ ਕੰਮ ਕਰਦੇ ਹੋ ਤੁਸੀਂ ਤਾਂ ਵੀ ਐਲੀਜੀਬਲ ਹੋਗੇ। ਇਹ ਵੀ ਜਿਹੜਾ ਇਹਦੇ ਵਿੱਚੋਂ ਕਲੀਅਰਲੀ ਮੈਂਸ਼ਨਡ ਹੈਗਾ। ਹੁਣ ਉਹਦਾ ਰੀਜ਼ਨ ਕੀ ਹੈਗਾ? ਕਿਉਂਕਿ ਆਮ ਤੌਰ ਤੇ ਇਹ ਇੰਡਸਟਰੀ ਦਾ ਟ੍ਰੈਂਡ ਹੈਗਾ ਕਿ ਸਿੱਧੀ ਹਾਇਰਿੰਗ ਹੈ ਜਿਹੜੀ ਉਹ ਨਹੀਂ ਹੁੰਦੀ ਹੈਗੀ, ਤੇ ਉਹ ਜਿਹੜੀਆਂ ਏਮਪਲੋਇਮੈਂਟ ਏਜੰਸੀਜ਼ ਨੇ ਜਾਂ ਨਰਸਿੰਗ ਏਡ ਸਪਲਾਇਰਸ ਨੇ ਜਾਂ ਕੇਅਰ ਗਿਵਰ ਏਜੰਸੀਜ਼ ਨੇ ਉਹੀ ਅੱਗੇ ਬੰਦੇ ਭੇਜਦੀਆਂ ਨੇ। ਪਰ ਟੈਕਨੀਕਲੀ ਤੁਹਾਡਾ ਤੁਸੀਂ ਕੰਮ ਕਰਨ ਦਾ ਲੋਕੇਸ਼ਨ ਤੁਹਾਡਾ ਐਕਚੁਅਲੀ ਹੈਲਥ ਕੇਅਰ ਫੈਸਿਲਿਟੀ ਹੀ ਹੁੰਦਾ, ਪਰ ਤੁਹਾਨੂੰ ਕੰਮ ਕਿਤੇ ਹੋਰ ਦੇ ਥਰੂ ਮਿਲ ਰਿਹਾ ਹੁੰਦਾ, ਵਿਚ ਇਜ਼ ਨਾਰਮਲ, ਤੇ ਇਸੇ ਕਰਕੇ ਹੀ ਇਹਨੂੰ ਇਨਕਲੂਡ ਕੀਤਾ ਗਿਆ। ਪਰ ਜੇ ਆਪਾਂ ਇਹਨੂੰ ਫੈਡਰਲ ਸਕਿਲਡ ਵਰਕਰ ਵਾਂਗੂ ਸੋਚੀਏ ਫਿਰ ਉਹ ਕੁਆਲੀਫਾਈ ਨਹੀਂ ਕਰਦੇ ਲੋਕ। ਪਰ ਇਹਦੇ ਵਿੱਚੋਂ ਇਹ ਪ੍ਰੋਵੀਜ਼ਨ ਰੱਖੀ ਹੈ ਕਿ ਜੇ ਆਰਗੇਨਾਈਜੇਸ਼ਨ ਏਜੰਸੀ ਲਈ ਵੀ ਕੰਮ ਕਰਦੇ ਹੋ ਤੁਸੀਂ ਤਾਂ ਵੀ ਕੁਆਲੀਫਾਈ ਕਰ। ਕੀ ਸਿਰਫ ਹੈਲਥ ਵਰਕਰਸ ਦੇ ਲਈ ਹੀ ਹੈ ਜਾਂ ਫਿਰ ਜਿਹੜੇ ਫਰੰਟਲਾਈਨ ਵਰਕਰਸ ਇਸ ਵਕਤ ਰਿਫਿਊਜੀਜ਼ ਕੰਮ ਕਰ ਰਹੇ ਨੇ ਕੋਵਿਡ ਦੇ ਦੌਰਾਨ ਉਹਨਾਂ ਨੂੰ ਵੀ ਇਹਦੇ ਵਿੱਚ ਕੋਈ ਐਕਸੈਂਪਸ਼ਨ ਹੈ? ਇਹ ਵੀ ਇੱਕ ਬਹੁਤ ਵੱਡਾ ਜਿਹੜਾ ਮਸਲਾ ਬਣ ਕੇ ਸਾਹਮਣੇ ਆਇਆ ਜੀ। ਲੋਕ ਇਸ ਗੱਲੋਂ ਬਹੁਤ ਜ਼ਿਆਦਾ ਨਾਰਾਜ਼ ਹੈਗੇ ਨੇ। ਇਹ ਸਿਰਫ ਹੈਲਥ ਵਰਕਰਸ ਲਈ ਕੀਤਾ ਗਿਆ। ਇਹ ਜਿਹੇ ਹਜ਼ਾਰਾਂ ਜਿਹੜੇ ਫਰੰਟ ਲਾਈਨ ਵਰਕਰਸ ਨੇ, ਚਾਹੇ ਉਹ ਟਰੱਕ ਡਰਾਈਵਰਸ ਨੇ, ਚਾਹੇ ਉਹ ਗਰੋਸਰੀ ਸਟੋਰ ਦੇ ਵਿੱਚ ਕੰਮ ਕਰਨ ਵਾਲੇ ਨੇ, ਚਾਹੇ ਉਹ ਐਗਰੀਕਲਚਰ ਸੈਕਟਰ 'ਚ ਫੂਡ ਬਿਜ਼ਨਸ ਐਗਰੀਕਲਚਰ ਬਿਜ਼ਨਸ ਕੰਮ ਕਰਨ ਵਾਲੇ ਨੇ, ਉਹ ਇਹ 'ਚ ਇਨਕਲੂਡਡ ਨਹੀਂ ਹੈਗੇ, ਕਿਉਂਕਿ ਉਹ ਸਾਰਿਆਂ ਨੂੰ ਐਸੈਂਸ਼ੀਅਲ ਸਰਵਿਸਿਜ਼ ਤਾਂ ਮੰਨਿਆ ਗਿਆ। ਤੇ ਲੋਕਾਂ ਨੇ ਆਵਾਜ਼ ਵੀ ਉਠਾਉਣ ਦੀ ਕੋਸ਼ਿਸ਼ ਕੀਤੀ ਆ ਸਮੇਂ ਦੇ ਦੌਰਾਨ ਕਿ ਜੇ ਉਹ ਸਿਰਫ ਹੈਲਥ ਵਰਕਰਸ ਨੂੰ ਇਹ ਕਿਉਂ ਕੀਤਾ ਗਿਆ। ਜਿਹੜੇ ਫਰੰਟ ਲਾਈਨ ਵਰਕਰ ਨੇ ਉਹ ਤਾਂ ਟਰੱਕ ਡਰਾਈਵਰਸ ਵੀ ਨੇ, ਉਹ ਗਰੋਸਰੀ ਸਟੋਰ ਤੇ ਕੰਮ ਕਰਨ ਵਾਲੇ ਲੋਕ ਵੀ ਨੇ, ਉਹ ਐਗਰੀ ਫੂਡ ਬਿਜ਼ਨਸ ਕੰਮ ਕਰਨ ਵਾਲੇ ਲੋਕ ਨੇ, ਈਵਨ ਬੇਕਰੀਜ਼ ਨੇ ਜਿਹੜੀਆਂ ਉੱਥੋਂ ਵੀ ਪ੍ਰੋਟੈਸਟ ਆਏ ਨੇ, ਕਿਉਂਕਿ ਬੇਕਰੀ ਹੈ ਜਿਹੜਾ
ਉਹ ਵੀ ਐਸੈਂਸ਼ੀਅਲ ਸਰਵਿਸ ਹੈ। ਜੇ ਬ੍ਰੈਡ ਨਹੀਂ ਹੋਊਗੀ ਤਾਂ ਲੋਕ ਖਾਣਗੇ ਕੀ? ਤੇ ਦੂਜਾ ਉਹ ਕਲੋਜ਼ ਕੁਆਟਰਸ ਦੇ ਵਿੱਚ ਕੰਮ ਕਰਦੇ ਆ। ਹੁਣ ਬੇਕਰੀ 'ਚ ਇੰਨੀ ਜਗ੍ਹਾ ਨਹੀਂ ਨਾ ਹੁੰਦੀ ਕਿ ਤੁਸੀਂ ਸੋਸ਼ਲ ਡਿਸਟੈਂਸ ਬਣਾ ਮੇਨਟੇਨ ਕਰਕੇ ਰੱਖੋ। ਉਹਨਾਂ ਵਰਕਰਸ ਨੇ ਵੀ ਇਹ ਗੱਲ ਕਿਹਾ ਕਿ ਅਸੀਂ ਵੀ ਫਰੰਟ ਲਾਈਨ ਵਰਕਰ ਹਾਂ, ਸਾਨੂੰ ਵੀ ਇਨਕਲੂਡ ਕੀਤਾ ਜਾਵੇ। ਪਰ ਜੋ ਸ਼ੁਰੂਆਤ ਹੋਈ ਸੀ ਇਹ ਗੱਲ ਦੀ, ਉਹ ਸ਼ੁਰੂਆਤ ਹੋਈ ਸੀ ਸਿਰਫ ਹੈਲਥ ਕੇਅਰ ਵਰਕਰਸ ਤੋਂ, ਲੌਂਗ ਟਰਮ ਜਿਹੜੇ ਕੇਅਰ ਹੋਮਸ ਤੇ ਉਹਦੇ ਵਿੱਚੋਂ। ਲੌਂਗ ਟਰਮ ਕੇਅਰ ਹੋਮ ਦੇ ਹੋਣ ਕਰਕੇ ਹੀ ਇਹ ਪ੍ਰੋਗਰਾਮ ਨੂੰ ਇੰਟਰੋਡਿਊਸ ਕੀਤਾ ਗਿਆ। ਹਾਂਜੀ, ਜਿਵੇਂ ਕਿਸੇ ਨੇ ਆਵਾਜ਼ ਉਠਾਈ ਤੇ ਹੋ ਗਿਆ ਕਿ ਬਾਕੀ ਲੋਕ ਵੀ ਆਵਾਜ਼ ਉਠਾਉਣਗੇ, ਸ਼ਾਇਦ ਕੋਈ ਨਵਾਂ ਪ੍ਰੋਗਰਾਮ ਵੀ ਆ ਸਕਦਾ, ਪਰ ਇਹ ਪ੍ਰੋਗਰਾਮ 'ਚ ਉਹ ਇਨਕਲੂਡਡ ਨਹੀਂ ਹੈਗੇ। ਤੇ ਇਹਦੇ ਨਾਲ ਉਹਨਾਂ ਦੀ ਫੈਮਿਲੀ ਪਲੱਸ ਬੱਚੇ ਦੋਵਾਂ ਨੂੰ ਹੀ ਨਾਲ ਪੀਆਰ ਮਿਲੇਗੀ? ਬਿਲਕੁਲ ਜੀ। ਸੋ ਜਿਵੇਂ ਬਾਕੀ ਐਪਲੀਕੇਸ਼ਨ ਨੇ ਜਿਹੜੀਆਂ ਵਿਦਨ ਕੈਨੇਡਾ ਹੁੰਦੀਆਂ ਨੇ, ਉਹ ਸਿਮਿਲਰ ਪਰਮਾਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਹੈ। ਸੋ ਇਹਦੇ ਵਿੱਚੋਂ ਜਿਹੜਾ ਤੁਹਾਡਾ ਹਸਬੈਂਡ ਵਾਈਫ ਹੈ ਉਹਨੂੰ ਵੀ ਇਨਕਲੂਡ ਕੀਤਾ ਜਾਊਗਾ, ਬੱਚੇ ਨੇ ਜਿਹੜੇ 22 ਸਾਲ ਤੋਂ ਛੋਟੇ ਨੇ ਉਹਨਾਂ ਨੂੰ ਇਨਕਲੂਡ ਕੀਤਾ ਜਾਊਗਾ। ਇਹਦੇ ਤੇ ਬਹੁਤ ਕਨਫਿਊਜ਼ਨ ਰਹਿੰਦਾ ਕਿ ਬੱਚੇ 22 ਸਾਲ ਦੇ ਉਹ ਕਦੋਂ ਹੋਵੇ। ਸੋ ਜਦੋਂ ਤੁਸੀਂ ਐਪਲੀਕੇਸ਼ਨ ਫਾਈਲ ਕੀਤੀ ਹੈ ਉਸ ਦਿਨ ਤੋਂ ਉਹ 22 ਸਾਲ ਤੋਂ ਛੋਟੇ ਹੋਣੇ ਚਾਹੀਦੇ ਆ। ਉਹ ਤੋਂ ਬਾਅਦ ਉਹ ਕਿੰਨੇ ਵੀ ਉਮਰ 'ਚ ਵੱਡੇ ਹੋ ਜਾਣ ਕੋਈ ਫਰਕ ਨਹੀਂ ਪੈਂਦਾ। ਤੇ ਕਈ ਹਾਲੇ ਵੀ ਲੋਕ ਇਹ ਗੱਲ ਸੋਚਦੇ ਆ ਕਿ ਉਹਨਾਂ ਨੂੰ ਪੜ੍ਹਦੇ ਰਹਿਣਾ ਜ਼ਰੂਰੀ ਹੈ। ਸੋ ਬਿਲਕੁਲ ਕੋਈ ਪੜ੍ਹਦੇ ਰਹਿਣਾ ਜ਼ਰੂਰੀ ਨਹੀਂ, ਇਹ ਕਾਨੂੰਨ ਬਦਲ ਚੁੱਕਿਆ। ਹੁਣ ਸਿਰਫ 2 ਟਾਈਪ ਦੇ ਡਿਪੈਂਡੈਂਟ ਚਿਲਡਰਨ ਹੈਗੇ ਆ। ਇੱਕ ਹੈਗੇ ਆ ਤੁਸੀਂ 22 ਸਾਲ ਤੋਂ ਛੋਟੇ ਹੋ ਤਾਂ ਤੁਸੀਂ ਡਿਪੈਂਡੈਂਟ ਚਾਈਲਡ ਹੋ। ਦੂਜਾ ਹੈਗਾ ਕਿ ਤੁਸੀਂ 22 ਸਾਲ ਤੋਂ ਵੱਡੇ ਹੋ ਪਰ ਤੁਸੀਂ ਕਿਸੇ ਮੈਂਟਲ ਜਾਂ ਫਿਜ਼ੀਕਲ ਡਿਸੇਬਿਲਿਟੀ ਕਰਕੇ 22 ਸਾਲ ਤੋਂ ਪਹਿਲਾਂ ਆਪਣੇ ਪੈਰੈਂਟਸ ਤੇ ਫਾਈਨੈਂਸ਼ੀਅਲੀ ਡਿਪੈਂਡੈਂਟ ਹੈਗੇ ਹੋ। ਫਿਰ ਤੁਸੀਂ ਚਾਹੇ ਕਿੰਨੀ ਵੱਡੀ ਉਮਰ ਦੇ ਹੋ ਜਾਓ ਤਾਂ ਵੀ ਡਿਪੈਂਡੈਂਟ ਹੀ ਗਿਣੇ ਜਾਓਗੇ। ਉਹਦੇ 'ਚ ਕੋਈ ਪੜ੍ਹਦੇ ਰਹਿਣ ਵਾਲਾ ਜਿਹੜਾ ਪਾਰਟ ਹੈ ਉਹ ਹੁਣ ਇਨਕਲੂਡਡ ਨਹੀਂ ਹੈਗਾ। ਪਹਿਲਾਂ ਇਹ ਹੁੰਦਾ ਸੀ ਨਾ ਕਿ ਜੇ 22 ਸਾਲ ਤੋਂ ਵੱਡੇ ਹੋ ਪੜ੍ਹਦੇ ਹੋ ਤਾਂ ਵੀ ਇਨਕਲੂਡ ਹੋ ਜਾਓਗੇ, ਉਹ ਹਟਾ ਦਿੱਤਾ ਗਿਆ। ਉਹ ਬਹੁਤ ਲੰਬਾ ਸਮਾਂ ਹੋ ਗਿਆ ਇਹਨੂੰ ਹਟੇ ਨੂੰ। ਹੁਣ ਜੇ 22 ਸਾਲ ਤੋਂ ਛੋਟੇ ਹੋ ਇਨਕਲੂਡ ਹੋ ਜਾਓਗੇ, ਜੇ 22 ਸਾਲ ਤੋਂ ਵੱਡੇ ਹੋ ਤਾਂ ਐਕਸਕਲੂਡ ਹੋ ਜਾਓਗੇ, ਪ੍ਰੋਵਾਈਡਡ ਕਿ ਤੁਹਾਨੂੰ ਮੈਂਟਲ ਜਾਂ ਫਿਜ਼ੀਕਲ ਡਿਸੇਬਿਲਿਟੀ ਹੈ ਜਿਹਦੇ ਕਰਕੇ ਤੁਸੀਂ ਪੈਰੈਂਟਸ ਤੇ ਫਾਈਨੈਂਸ਼ੀਅਲੀ ਡਿਪੈਂਡੈਂਟ ਹੈਗੇ ਹੋ। ਕਈ ਲੋਕਾਂ ਨੂੰ ਡਿਸੇਬਿਲਿਟੀ ਹੁੰਦੀਆਂ ਨੇ, ਉਹਨਾਂ ਦੇ ਪੋਲੀਓ ਕਰਕੇ ਕੋਈ ਡਿਸੇਬਿਲਿਟੀ ਹੈਗਾ, ਜਾਂ ਉਹਨਾਂ ਨੂੰ ਮਾਈਲਡ ਮੈਂਟਲ ਰਿਟਾਰਡੇਸ਼ਨ ਹੈ ਅਤੇ ਉਹ ਮੈਂਟਲ ਡਿਸੇਬਿਲਿਟੀ ਹੈਗੀ ਆ, ਉਹਦੇ ਕਰਕੇ ਵੀ ਉਹ ਡਿਪੈਂਡੈਂਟ ਹੋ ਸਕਦੇ ਨੇ। ਪਰ ਇਹ ਪ੍ਰੂਵ ਕਰਨਾ ਤੁਸੀਂ ਕਿ ਇਹ ਡਿਸੇਬਿਲਿਟੀ 22 ਸਾਲ ਤੋਂ ਪਹਿਲਾਂ ਹੈ, ਇਹ ਪਰਮਾਨੈਂਟ ਹੈ ਤੇ ਇਹ ਤੁਸੀਂ ਫਾਈਨੈਂਸ਼ੀਅਲੀ ਏਬਲ ਨਹੀਂ ਹੈਗੇ ਹੋ ਜੇ ਪੈਰੈਂਟਸ ਦੀ ਟੇਕ ਕੇਅਰ ਥੱਲੇ ਤੁਸੀਂ ਨਹੀਂ ਰਹੋ। ਜਿਹੜਾ ਤੁਸੀਂ ਕਿਹਾ ਕਿ 13 ਮਾਰਚ ਤੋਂ ਪਹਿਲਾਂ ਕਲੇਮ ਕੀਤਾ ਹੋਣਾ ਚਾਹੀਦਾ ਤੁਹਾਡਾ ਰਿਫਿਊਜੀ ਦੇ ਲਈ। ਸਮਟਾਈਮਸ ਇਹ ਆ ਕਈਆਂ ਨੇ ਕਲੇਮ ਤਾਂ ਕਰ ਦਿੱਤਾ ਬਟ ਉਹਨਾਂ ਦਾ 13 ਮਾਰਚ ਤੱਕ ਕੋਈ ਡਿਸੀਜਨ ਨਹੀਂ ਆਇਆ ਹੁੰਦਾ, ਡਿਸੀਜਨ ਉਸ ਤੋਂ ਬਾਅਦ ਆਇਆ, ਕਿਸੇ ਦਾ ਪੋਜ਼ਿਟਿਵ ਜਾਂ ਕਿਸੇ ਦਾ ਨੈਗੇਟਿਵ, ਕੀ ਦੋਵੇਂ ਹੀ ਅਪਲਾਈ ਕਰ ਸਕਦੇ ਨੇ? ਨਹੀਂ ਕਰਨ, ਜਿਹੜਾ ਕਲੇਮ ਫਾਈਲ ਕਰਨ ਦਾ ਹੈਗਾ ਉਹ ਜਿਸ ਦਿਨ ਤੁਸੀਂ ਜਾ ਕੇ ਐਪਲੀਕੇਸ਼ਨ ਕਰਦੇ ਹੋ ਔਨ ਗੋਇੰਗ ਕਲੇਮ ਚਾਹੀਦਾ। ਜੇ ਤੁਹਾਡਾ ਕਲੇਮ ਰਿਫਿਊਜ਼ ਹੋ ਗਿਆ ਤੇ ਫਿਰ ਤੁਸੀਂ ਇਹਦੇ 'ਚ ਇਨਕਲੂਡਡ ਨਹੀਂ ਹੈਗੇ ਹੋ। ਸੋ ਟੈਕਨੀਕਲੀ ਜਿਹੜੇ ਲੋਕਾਂ ਨੇ 13 ਮਾਰਚ ਤੋਂ ਪਹਿਲਾਂ ਕਲੇਮ ਫਾਈਲ ਕਰੇ ਉਹਨਾਂ ਦੇ ਹਾਲੇ ਫੈਸਲੇ ਨਹੀਂ ਹੋਏ ਹੈਗੇ। ਸੋ ਸਾਰੇ ਮਤਲਬ ਕਰ ਸਕਦੇ ਨੇ ਜਿਹਨੇ ਵੀ 13 ਮਾਰਚ ਤੋਂ ਪਹਿਲਾਂ ਕਲੇਮ ਫਾਈਲ ਕੀਤਾ, ਜਿਹਦਾ ਕਲੇਮ ਰਿਫਿਊਜ਼ ਨਹੀਂ ਹੋਇਆ ਜਾਂ ਜਿਹਦਾ ਕਲੇਮ ਅਬੈਂਡਨ ਨਹੀਂ ਹੋਇਆ। ਕਈ ਵਾਰੀ ਕੀ ਹੁੰਦਾ, ਤੁਸੀਂ ਕਲੇਮ ਫਾਈਲ ਕਰਤਾ ਉਹ ਤੋਂ ਬਾਅਦ ਤੁਸੀਂ ਉਹਦੀ ਚਾਰਜੋਈ ਨਾ ਕੀਤੀ ਤਾਂ ਉਹਦਾ ਕਲੇਮ ਬੰਦ ਕਰ ਦਿੱਤਾ ਜਾਂਦਾ, ਉਹ ਰਿਫਿਊਜ਼ਲ ਨਹੀਂ ਗਿਣਿਆ ਜਾਂਦਾ, ਉਹਨੂੰ ਅਬੈਂਡਨ ਹੋਣਾ ਗਿਣਿਆ ਜਾਂਦਾ, ਉਹ ਵੀ ਨਹੀਂ ਇਨਕਲੂਡ ਕੀਤੇ ਜਾਣਗੇ। ਕਲੇਮ ਔਨਗੋਇੰਗ ਹੋਣਾ ਚਾਹੀਦਾ, 13 ਮਾਰਚ ਤੋਂ ਪਹਿਲਾਂ ਹੋਣਾ ਜ਼ਰੂਰੀ ਹੈ। ਸਿਰਫ ਵਰਕ ਐਕਸਪੀਰੀਅੰਸ ਤੋਂ ਇਲਾਵਾ ਵੀ ਕੋਈ ਹੋਰ ਨਾਲ ਐਕਸਪੀਰੀਅੰਸ ਚਾਹੀਦਾ ਹੈ ਜਾਂ ਕੋਈ ਐਜੂਕੇਸ਼ਨ ਕੋਈ ਐਵੇਂ ਦੀ ਚੀਜ਼ ਚਾਹੀਦੀ ਹੈ? ਨਹੀਂ, ਉਹਦੇ 'ਚ ਹੋਰ ਕੋਈ ਵੀ ਰਿਕੁਆਇਰਮੈਂਟਸ ਨਹੀਂ, ਕਿਉਂਕਿ ਜਿਹੜੀਆਂ ਜਿਵੇਂ ਨਰਸ ਹੈ ਉਹਨੇ ਆਪੇ ਕ੍ਰਾਈਟੇਰੀਆ ਮੇਕ ਕੀਤਾ ਹੈ। ਪਰਸਨਲ ਸਪੋਰਟ ਵਰਕਰ ਹੈ ਉਹ ਤਾਂ ਹੀ ਬਣਿਆ ਜੋ ਨੇ ਕ੍ਰਾਈਟੇਰੀਆ ਮੀਟ ਕੀਤਾ। ਆਰਡਰਲੀ ਹੈ ਉਹ ਬਣੇ ਹੀ ਤਾਂ ਹੈ ਜੋ ਨੇ ਕ੍ਰਾਈਟੇਰੀਆ ਮੀਟ ਕੀਤਾ। ਉਹਦੇ 'ਚ ਕੋਈ ਹੋਰ ਐਕਸਟਰਾ ਨਹੀਂ ਜੀ, ਬਿਲਕੁਲ ਅੰਗਰੇਜ਼ੀ ਟੈਸਟ ਰਿਕੁਆਇਰਮੈਂਟ ਨਹੀਂ। ਹਾਂ, ਕ੍ਰਿਮੀਨੈਲਿਟੀ, ਮੈਡੀਕਲ, ਸਿਕਿਉਰਿਟੀ ਉਹ ਤੁਸੀਂ ਪੂਰੀਆਂ ਕਰਨੀਆਂ ਨੇ। ਹੁਣ ਜੇ ਤੁਹਾਡੀ ਕੋਈ ਕ੍ਰਿਮੀਨੈਲਿਟੀ ਹੈ, ਤੁਸੀਂ ਚਾਹੇ ਬਾਕੀ ਕ੍ਰਾਈਟੇਰੀਆ ਮੀਟ ਕਰਦੇ ਹੋ ਤਾਂ ਵੀ ਕੁਆਲੀਫਾਈ ਨਹੀਂ ਕਰੋਗੇ। ਕੋਈ ਤੁਹਾਡਾ ਸਿਕਿਉਰਿਟੀ ਇਸ਼ੂ ਹੈ, ਤੁਹਾਡਾ ਮੈਡੀਕਲ ਹੈ, ਉਹ ਕ੍ਰਾਈਟੇਰੀਆ ਮੀਟ ਕਰਨਾ ਹੀ ਕਰਨਾ। ਹਾਂਜੀ, ਪਰ ਇਹ ਐਜੂਕੇਸ਼ਨ, ਇੰਗਲਿਸ਼ ਇਹ 'ਚ ਮੀਟ ਕਰਨ ਦੀ ਲੋੜ ਨਹੀਂ ਹੈਗੀ ਹੈ। ਤੁਸੀਂ ਕੰਮ ਕਰਦੇ ਹੋਣੇ ਚਾਹੀਦੇ ਹੋ 120 ਘੰਟੇ 13 ਮਾਰਚ ਤੋਂ 14 ਅਗਸਤ ਦੇ ਵਿਚਾਲੇ ਕੰਮ ਕਰਿਆ ਹੋਣਾ ਚਾਹੀਦਾ ਹੈ। 31 ਅਗਸਤ 2021 ਤੋਂ ਪਹਿਲਾਂ ਤੁਸੀਂ 6 ਮਹੀਨੇ ਦਾ ਐਕਸਪੀਰੀਅੰਸ ਪੂਰਾ ਹੋਣਾ ਚਾਹੀਦਾ। ਸੋ ਬਹੁਤ ਬੇਸਿਕ ਕ੍ਰਾਈਟੇਰੀਆ ਹੈਗਾ। ਪਰ ਇਹ ਨਹੀਂ ਹੈਗਾ ਕਿ ਤੁਸੀਂ ਹੁਣ ਕਲੇਮ ਫਾਈਲ ਕਰਕੇ ਤੇ ਫਿਰ ਕੰਮ ਕਰ ਲੱਗ ਜੋ ਕੁਆਲੀਫਾਈ ਕਰੋਗੇ। ਨਹੀਂ ਜੀ, ਇਹ ਸਿਰਫ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਪਹਿਲਾਂ ਕਲੇਮ ਫਾਈਲ ਕਰਿਆ ਤੇ ਉਹ ਅੱਗੇ ਪ੍ਰੋਸੈਸ ਚੱਲ ਰਿਹਾ। ਕੀ ਐਪਲੀਕੇਸ਼ਨਸ ਉੱਤੇ ਕੋਈ ਕੈਪ ਹੈਗਾ ਜਾਂ ਫਿਰ ਜਿੰਨੀ ਮਰਜ਼ੀ ਐਪਲੀਕੇਸ਼ਨ ਲੱਗ ਸਕਦੀਆਂ? ਨਹੀਂ ਜੀ, ਕੋਈ ਵੀ ਕੈਪ ਨਹੀਂ ਹੈਗਾ, ਇੰਨੀਆਂ ਵੀ ਐਪਲੀਕੇਸ਼ਨਸ ਲੱਗ ਸਕਦੀਆਂ ਨੇ। ਰਾਦਰ ਕਿ ਇਹ ਕੈਟਾਗੋਰੀਜ਼ ਨੇ ਜਿਹੜੀਆਂ ਇਹਨਾਂ ਨੂੰ ਇਹ ਪ੍ਰਾਇੋਰਟਾਈਜ਼ ਕੀਤਾ ਜਾਂਦਾ।
ਇੱਕ ਹੁਣੇ ਰਿਪੋਰਟ ਆਈ ਸੀ, ਉਹ ਰਿਪੋਰਟ ਦੇ ਵਿੱਚੋਂ ਜਿਹੜਾ ਹੁਣ ਤੱਕ ਦਾ ਇਮੀਗ੍ਰੇਸ਼ਨ ਦਾ ਨੰਬਰਸ ਨੇ ਲੋਕ ਪਹੁੰਚਣ ਦਾ, ਉਹ ਸਿਰਫ 34,000 ਹੈਗਾ। ਤੇ ਪਿਛਲੇ ਸਾਲ ਆਹ ਮਹੀਨੇ ਤੱਕ ਉਹ 1,03,000 ਤੋਂ ਉੱਤੇ ਸੀ। ਸੋ ਆਲਰੇਡੀ ਹੀ ਆਪਾਂ 1/3 ਤੋਂ ਜ਼ਿਆਦਾ ਲੂਜ਼ ਕਰ ਚੁੱਕੇ ਹੈਗੇ ਆ। ਤੋ ਜੇ ਹੁਣ ਤੱਕ 34,000 ਆਏ ਨੇ ਤੇ ਰਹਿੰਦੇ ਜਿਹੜੇ ਮਹੀਨੇ 5 ਨੇ ਉਹਨਾਂ 'ਚ ਕਿੰਨੇ ਕੁ ਆ ਜਾਣਗੇ ਜੀ। ਤੋ ਆਪਾਂ ਐਤਕੀ ਟਾਰਗੇਟ ਆਪਦਾ ਪੂਰਾ ਹੀ ਨਹੀਂ ਕਰ ਸਕਾਂਗੇ। ਪਰ ਜਿਹੜੇ ਲੋਕ ਇੱਥੇ ਆਲਰੇਡੀ ਹੋਣਗੇ ਸ਼ਾਇਦ ਉਹਨਾਂ ਨੂੰ ਹੁਣ ਅੱਗੇ ਤੋਂ ਜ਼ਿਆਦਾ ਉਹਨਾਂ ਨੂੰ ਇਹ ਪ੍ਰਾਇੋਰਟਾਈਜ਼ ਜਿਹੜਾ ਕੀਤਾ ਜਾਊਗਾ, ਕਿਉਂਕਿ ਜਿੰਨਾ ਚਿਰ ਟਰੈਵਲ ਰਿਸਟ੍ਰਿਕਸ਼ਨਸ ਨਹੀਂ ਖੁੱਲ੍ਹਦੀਆਂ ਉਹਨਾਂ ਚਿਰ ਬਾਹਰੋਂ ਪ੍ਰੋਸੈਸਿੰਗ ਕਰਨ ਦਾ ਤਾਂ ਕੋਈ ਮਤਲਬ ਨਹੀਂ ਜੀ। ਕਿਉਂਕਿ ਜੇ ਤੁਹਾਨੂੰ 18 ਮਾਰਚ ਤੋਂ ਬਾਅਦ ਵੀਜ਼ਾ ਮਿਲਦਾ ਤੁਸੀਂ ਆ ਹੀ ਨਹੀਂ ਸਕਦੇ, ਤੇ ਉਹਦਾ ਕੋਈ ਫਾਇਦਾ ਹੀ ਨਹੀਂ ਬਾਹਰੋਂ ਪ੍ਰੋਸੈਸ ਕਰਨ ਦਾ। ਇਸ ਲਈ ਜਿਹੜੀ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ ਉਹ ਵਿਦਇਨ ਕੈਨੇਡਾ ਨੂੰ ਇਹ ਦਿੱਤੀ ਜਾ ਰਹੀ ਹੈ। ਪਰ ਉਹਦੇ 'ਚੋਂ ਜੇ ਤੁਸੀਂ ਓਵਰਆਲ ਨੰਬਰਸ ਨੂੰ ਵਾਚ ਕਰਕੇ ਦੇਖੋ ਤਾਂ ਇਹ ਵੀ ਨਹੀਂ ਹੈਗਾ ਕਿ ਓਵਰਵੈਲਮਿੰਗਲੀ ਇੱਥੇ ਵਾਲੇ ਲੋਕਾਂ ਨੂੰ ਇਮੀਗ੍ਰੇਸ਼ਨ ਦੇਤੀ ਹੈ, ਇਹ ਕੋਈ ਜ਼ਰੂਰੀ ਨਹੀਂ ਹੈਗਾ। ਪਰ ਇੱਕ ਗੱਲ ਜ਼ਰੂਰ ਜਿਹੜੀ ਸਾਹਮਣੇ ਆਊਗੀ ਉਹ ਇਹ ਆਊਗੀ ਕਿ ਆਪਾਂ ਸਾਲ ਆਪਣੇ ਟਾਰਗੇਟ ਨੇ ਜਿਹੜੇ ਉਹ ਨਹੀਂ ਪੂਰੇ ਕਰ ਸਕਾਂਗੇ ਜੀ। ਇਹਦੇ ਬਹੁਤ ਇਕਨੋਮਿਕ ਜਿਹੜੇ ਇਫੈਕਟ ਨੇ ਉਹ ਵੀ ਹੋਣੇ ਨੇ, ਕਿਉਂਕਿ ਜਿਹੜੀ ਪਿਛਲੇ ਸਮੇਂ 'ਚ ਇਮੀਗ੍ਰੇਸ਼ਨ ਦਾ ਬੈਨੀਫਿਟ ਹੁੰਦਾ ਜਾ ਰਿਹਾ ਹੈ ਉਹ ਇਮੀਗ੍ਰੇਸ਼ਨ ਦੇ ਨਵੇਂ ਆਉਣ ਵਾਲੇ ਲੋਕਾਂ ਕਰਕੇ ਇਕਨੋਮੀ 'ਤੇ ਹੋ ਰਿਹਾ ਹੈਗਾ। ਚਾਹੇ ਨਵੇਂ ਲੋਕ ਆਉਂਦੇ ਨੂੰ ਘਰ ਚਾਹੀਦਾ ਜੀ, ਉਹਨਾਂ ਨੂੰ ਖਾਣ ਨੂੰ ਚਾਹੀਦਾ, ਰਹਿਣ ਸਹਿਣ ਜੋ ਵੀ ਸਿਚੁਏਸ਼ਨ ਹੈਗੀ ਹੈ। ਪਰ ਜੇ ਤੁਸੀਂ ਟਾਰਗੇਟ ਕਰਿਆ ਕਿ ਤੁਸੀਂ 351,000 ਨੂੰ ਲੈ ਕੇ ਆਉਣਾ ਹੈ ਤੇ ਸਾਲ ਦੇ ਐਂਡ ਤੱਕ ਤੁਸੀਂ 51,000 ਨੂੰ ਇਹ ਲੈ ਕੇ ਆਉਂਗੇ ਤਾਂ ਉਹਦਾ ਬਹੁਤ ਵੱਡਾ ਲੌਂਗ ਟਰਮ ਇਫੈਕਟ ਹੈ ਜਿਹੜਾ ਉਹ ਆਉਣਾ ਸ਼ੁਰੂ ਹੋਊਗਾ। ਕਿਉਂਕਿ ਹਾਲੇ ਤੱਕ ਕਿਸੇ ਨੂੰ ਇਹ ਗੱਲ ਨਹੀਂ ਪਤਾ ਕਿ ਕਦੋਂ ਤੱਕ ਇਹ ਸਿਚੁਏਸ਼ਨ ਰਿਜ਼ੋਲਵ ਹੋਊਗੀ। ਯੂਨੀਵਰਸਿਟੀਜ਼ ਨੂੰ ਵੀ ਵੱਡੇ ਲੈਵਲ ਦੇ ਉੱਤੇ ਇਸ ਵਕਤ ਲਾਸ ਹੋ ਰਿਹਾ ਬਿਲਕੁਲ ਤਰਨ, ਬਹੁਤ ਹਿਊਜ ਲਾਸਿਸ ਹੋ ਰਹੀਆਂ ਨੇ। ਖਾਸ ਕਰਕੇ ਜੇ ਆਪਾਂ ਪਿਛਲੇ ਸਮੇਂ 'ਚੋਂ ਦੇਖੀਏ ਕਿ ਮਈ ਸੈਸ਼ਨ ਸੀ ਜਿਹੜਾ ਉਹ ਖਤਮ ਹੋ ਗਿਆ, ਉਹ ਤੋਂ ਬਾਅਦ ਹੁਣ ਸੈਪਟੈਂਬਰ ਸੈਸ਼ਨ ਵੀ ਸ਼ਾਇਦ ਖਤਮ ਹੋ ਜਾਊਗਾ। ਜੇ ਤੁਸੀਂ ਸਾਲ ਦੇ ਵਿੱਚੋਂ 3 ਥੋੜੇ ਸਮੈਸਟਰ 2 ਸਮੈਸਟਰ ਤੁਸੀਂ ਲੂਜ਼ ਕਰ ਲਿਆ ਤਾਂ ਘਾਟਾ ਨਾ ਪੂਰਾ ਹੋਣ ਵਾਲਾ ਹੈਗਾ। ਤੇ ਦੂਜਾ, ਜਿਹੜੇ ਇੰਡੀਵਿਜੂਅਲਸ ਆ ਨੂੰ ਆਲਰੇਡੀ ਵੀਜ਼ਾ ਵੀ ਮਿਲਿਆ ਹੋਇਆ ਉਹ ਵੀ ਨਹੀਂ ਤਰੱਦਦ ਕਰ ਰਹੇ ਕਿ ਉਹ ਆ ਕੇ ਆਪਣੀਆਂ ਕਲਾਸਾਂ ਅਟੈਂਡ ਕਰਨ ਆਨਲਾਈਨ ਲਈ ਬੈਨੀਫਿਟ ਤਾਂ ਜ਼ਰੂਰ ਦਿੱਤਾ ਕਿ ਤੁਸੀਂ ਜੇ ਆਨਲਾਈਨ ਪੜ੍ਹੋਗੇ ਤਾਂ ਫਿਰ ਤੁਹਾਨੂੰ ਅੱਗੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣ 'ਚ ਮੁਸ਼ਕਲ ਨਹੀਂ ਆਊਗੀ, ਉਹ ਟਾਈਮ ਇਨਕਲੂਡ ਹੋਊਗਾ। ਪਰ ਲੋਕਾਂ ਦਾ ਜਿਹੜਾ ਉਹ ਫੀਲ ਹੈ ਉਹਨਾਂ ਨੇ ਇਨ ਪਰਸਨ ਯੂਨੀਵਰਸਿਟੀ 'ਚ ਕਾਲਜ 'ਚ ਜਾ ਕੇ ਪੜ੍ਹਨਾ ਉਹ ਤਾਂ ਕਿਤੇ ਲੋਸਟ ਹੋ ਜਾਊਗਾ। ਤੇ ਇਸੇ ਕਰਕੇ ਹੀ ਲੋਕ ਉਹਨੂੰ ਅੱਗੇ ਐਕਸਟੈਂਡ ਕਰਾਈ ਜਾ ਰਹੇ ਨੇ। ਤੇ ਹੁਣ ਜਿਹੜਾ 2 ਸਟੈਪ ਪ੍ਰੋਸੀਜਰ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਉਹਦੇ ਵਿੱਚੋਂ ਵੀ ਕੋਈ ਬਹੁਤਾ ਓਵਰਵੈਲਮਿੰਗ ਰਿਸਪੌਂਸ ਹੈ ਜਿਹੜਾ ਉਹ ਨਹੀਂ ਮਿਲ ਰਿਹਾ ਹੈਗਾ। ਰਾਤ ਕਰਕੇ ਉਹਨਾਂ ਨੇ ਟਾਰਗੇਟ ਕੀਤਾ ਕਿ ਉਹ 15 ਸਤੰਬਰ ਤੋਂ ਪਹਿਲਾਂ ਐਪਲੀਕੇਸ਼ਨ ਜਿਹੜੀਆਂ ਆਪਣੀਆਂ ਪ੍ਰੋਸੈਸ ਕਰ ਲੈਣਗੇ ਜੀ। ਪਰ ਜੇ ਓਵਰਆਲ ਦੇਖੀਏ ਤਾਂ ਉਹਨਾਂ ਲੋਕਾਂ 'ਚ ਕੋਈ ਉਤਸ਼ਾਹ ਨਹੀਂ ਹੈਗਾ ਕਿ ਉਹਨੂੰ ਉਹ ਇਸ ਕ੍ਰਾਈਟੀਰੀਆ ਨੂੰ ਮੀਟ ਕਰਨ, ਕਿਉਂਕਿ ਜਿਹੜੇ 18 ਮਾਰਚ ਤੋਂ ਪਹਿਲਾਂ ਵੀ ਜਿਨ੍ਹਾਂ ਨੂੰ ਸਟੂਡੈਂਟ ਵੀਜ਼ਾ ਮਿਲਿਆ ਹੈ ਉਹਨਾਂ ਨੂੰ ਵੀ ਇਮੀਗ੍ਰੇਸ਼ਨ ਨੇ ਆਪਣੇ ਟਵਿੱਟਰ ਜਿਹੜਾ ਉਹਨਾਂ ਦਾ ਅਕਾਊਂਟ ਉੱਥੇ ਵੈਰੀ ਕਲੀਅਰਲੀ ਲਿਖ ਕੇ ਪਾਤਾ ਹੈ ਕਿ ਜੇ 18 ਮਾਰਚ ਤੋਂ ਪਹਿਲਾਂ ਤੁਹਾਨੂੰ ਵੀਜ਼ਾ ਮਿਲਿਆ ਤਾਂ ਇਹ ਗਾਰੰਟੀ ਨਹੀਂ ਕਰਦਾ ਕਿ ਤੁਹਾਨੂੰ ਕੈਨੇਡਾ ਐਂਟਰ ਹੋਣਾ ਮਿਲ ਜੂਗਾ ਜੀ। ਇਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ, ਜਿਹੜੇ ਸਟੂਡੈਂਟਸ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ 에ਅਰਪੋਰਟਸ ਤੋਂ ਵਾਪਸ ਭੇਜਿਆ ਜਾ ਰਿਹਾ ਵਾ, ਉਹਦਾ ਕੀ ਕਾਰਨ ਹੈ ਤੇ ਸਟੂਡੈਂਟਸ ਇਸ ਬਾਰੇ ਕੀ ਕਰਨ? ਤੁਸੀਂ ਬਿਲਕੁਲ ਸਹੀ ਕਿਹਾ ਤੁਹਾਨੂੰ। ਪਿਛਲੇ ਜਿਹੜੇ 2-3 ਹਫ਼ਤੇ ਹੋਏ ਨੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਸਟੂਡੈਂਟਸ ਸੀ ਜਿਨ੍ਹਾਂ ਨੂੰ 에ਅਰਪੋਰਟ ਤੋਂ ਵਾਪਸ ਭੇਜਿਆ ਗਿਆ। ਮੇਨ ਜਿਹੜਾ ਰੀਜ਼ਨ ਹੈਗਾ ਉਹ ਹੈਗਾ ਜਿਹਨੂੰ ਦੋ ਹਿੱਸਿਆਂ 'ਚ ਵੰਡ ਕੇ ਦੇਖਣਾ ਪੈਣਾ। ਪਹਿਲਾ ਹਿੱਸਾ ਹੈਗਾ ਕਿ ਮੈਂ 18 ਮਾਰਚ ਤੋਂ ਪਹਿਲਾਂ ਮੈਨੂੰ ਵੀਜ਼ਾ ਮਿਲਿਆ ਤੇ ਮੈਂ ਐਗਜ਼ੈਂਪਟ ਹੈਗਾ ਇਹਨਾਂ ਟਰੈਵਲ ਰਿਸਟ੍ਰਿਕਸ਼ਨਸ ਤੋਂ ਤੇ ਮੈਂ ਆ ਸਕਦਾ ਹੈਗਾ। ਤੋ 에ਅਰਲਾਈਨ ਇਸ ਗੱਲ ਤੋਂ ਸੁਰਖਰੂ ਹੋ ਗਈ, ਉਹ ਪਰਾਂ ਹੋ ਗਈ ਕਿ ਉਹਨੂੰ ਕੋਈ ਬੈਨ ਲੱਗੂਗਾ ਜਾਂ ਉਹਦੇ ਕੋਈ ਜੁਰਮਾਨਾ ਹੋਊਗਾ ਜੇ ਬੰਦੇ ਕੋਲ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ ਤੇ ਉਹ ਜਹਾਜ਼ 'ਚ ਬਿਠਾ ਕੇ ਉਹਨੂੰ ਇੱਥੇ ਲੈ ਸਕਦੇ ਆ। ਇਹ ਤਾਂ ਇੱਕ ਹਿੱਸਾ ਹੋ ਗਿਆ ਕਿ ਉਹਨੇ ਟਰੈਵਲ ਕਰ ਲਿਆ ਫਰੋਮ ਹਿਸ ਔਰਿਜਨ ਟੂ ਕੈਨੇਡਾ ਤੇ ਪੋਰਟ ਆਫ ਐਂਟਰੀ ਤੱਕ। ਹੁਣ ਅੱਗੇ ਪੋਰਟ ਆਫ ਐਂਟਰੀ ਤੇ ਜਿਹੜਾ ਆਫਿਸਰ ਹੈ ਉਹਦਾ ਮੈਂਡੇਟ ਹੈਗਾ ਕਿ ਉਹਨੇ ਦੇਖਣਾ ਕਿ ਬੰਦਾ ਐਲੀਜੀਬਲ ਵੀ ਹੈਗਾ ਐਂਟਰੀ ਦੇਣ ਨੂੰ ਕਿ ਨਹੀਂ ਹੈਗਾ। ਹੁਣ ਜੇ ਸਟੂਡੈਂਟ ਹੈ ਉਹ ਤੋਂ ਸਭ ਤੋਂ ਪਹਿਲਾਂ ਉਹਦੀ ਰਿਕੁਆਇਰਮੈਂਟ ਹੈਗੀ ਹੈ ਕਿ ਉਹ ਪੜ੍ਹਦਾ ਹੋਣਾ ਚਾਹੀਦਾ। ਹੁਣ ਜੇ ਸਕੂਲ ਖੁੱਲ੍ਹਾ ਨਹੀਂ ਤਾਂ ਆਪਣੇ ਪੜ੍ਹਨਾ ਕਿੱਥੋਂ ਹੈ ਜੀ? ਸਕੂਲ ਤਾਂ ਉਹਨੂੰ ਆਨਲਾਈਨ ਪੜ੍ਹਾ ਰਿਹਾ ਹੈ ਤੇ ਫਿਰ ਉਹਨੂੰ ਉਹ ਐਂਟਰੀ ਨਹੀਂ ਦੇਊਗੇ।
ਇਸੇ ਚੀਜ਼ ਨੂੰ ਓਵਰਕਮ ਕਰਨ ਲਈ ਸਕੂਲਸ ਨੇ ਤੇ ਜਿਹੜੇ ਸਟੂਡੈਂਟਸ ਉਸ ਸਕੂਲ ਦੇ ਏਜੰਟ ਨੇ ਉਹਨਾਂ ਨੇ ਇੱਕ ਚਿੱਠੀ ਡਿਜ਼ਾਈਨ ਕੀਤੀ। ਮੈਂ ਉਹ ਚਿੱਠੀ ਬਹੁਤ ਪਿਛਲੇ 2 ਹਫ਼ਤਿਆਂ 'ਚ ਕੰਮ ਅਕ੍ਰੋਸ ਕੀਤੀ ਹੈ ਤੇ ਉਹ ਚਿੱਠੀ ਉਹਨਾਂ ਨੂੰ ਸਟੂਡੈਂਟਸ ਨੂੰ ਆਖਤਾ ਕਿ ਆਹ ਚਿੱਠੀ ਦਿਖਾ ਦੋਗੇ ਤੁਹਾਨੂੰ ਆਉਣ ਦਿੱਤਾ ਜਾਊਗਾ। ਉਹ ਚਿੱਠੀ 'ਚ ਕੀ ਲਿਖਿਆ? ਚਿੱਠੀ 'ਚ ਲਿਖਿਆ ਹੈਗਾ ਕਿ ਆਨਲਾਈਨ ਪੜ੍ਹਾਈ ਲਈ ਰਿਲਾਇਬਲ ਇੰਟਰਨੈਟ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਤੇ ਦੂਜਾ ਕਿਉਂਕਿ ਇਹ ਹੋਰ ਮੁਲਕ 'ਚ ਨੇ, ਕੈਨੇਡਾ 'ਚ ਪੜ੍ਹਾਈ ਹੈ ਜਿਹੜੀ ਉਹ ਦਿਨੇ ਹੋ ਰਹੀ ਹੈ, ਇਸ ਲਈ ਜਿਹੜਾ ਟਾਈਮ ਹੈਗਾ ਡਿਫਰੈਂਸ ਹੈ ਉਹ ਇਹਨਾਂ ਨੂੰ ਜਿਹੜਾ ਉਹਨਾਂ ਦੇ ਕੋਰਸਿਸ ਨੂੰ ਹੈਂਡਲ ਕਰਨ 'ਚ ਪ੍ਰੋਬਲਮ ਲਿਆ ਸਕਦਾ। ਸੋ ਇਸ ਲਈ ਇਹਨਾਂ ਨੂੰ ਕੈਨੇਡਾ ਆਉਣ ਦਿੱਤਾ ਜਾਵੇ। ਹੁਣ ਇੱਥੇ ਪ੍ਰੋਬਲਮ ਕੀ ਹੈਗੀ ਆ ਕਿ ਉਹਨਾਂ ਤੱਕ ਕਹਿਤਾ ਕਿ ਰਿਲਾਇਬਲ ਇੰਟਰਨੈਟ ਚਾਹੀਦਾ। ਤੁਹਾਡੇ ਕੋਲ ਰਿਲਾਇਬਲ ਹੈਗਾ ਕਿ ਨਹੀਂ ਹੈਗਾ? ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਹੈ। ਜੇ ਤੁਹਾਡੇ ਕੋਲ ਰਿਲਾਇਬਲ ਇੰਟਰਨੈਟ ਹੈ ਤੇ ਫਿਰ ਤੁਹਾਨੂੰ ਆਉਣ ਕਿਉਂ ਦਿੱਤਾ ਜਾਵੇ? ਕਿਉਂਕਿ ਤਾਂ ਇਹੀ ਕਹਿੰਦੇ ਨਾ ਰਿਲਾਇਬਲ ਇੰਟਰਨੈਟ ਹੋਣਾ ਚਾਹੀਦਾ। ਤੁਹਾਨੂੰ ਆਫਿਸਰ ਨੇ ਪੁੱਛਿਆ ਤੇਰਾ ਇੰਟਰਨੈਟ ਚੱਲਦਾ? ਤੁਸੀਂ ਕਹਿੰਦਾ ਹਾਂਜੀ ਹੈਗਾ ਮੇਰਾ ਰਿਲਾਇਬਲ ਹੈ। ਉਹ ਕਹਿੰਦਾ ਫਿਰ ਤੂੰ ਆਪਣੇ ਘਰੇ ਜਾ ਕੇ ਬੈਠ ਕੇ ਪੜ੍ਹ, ਇੱਥੇ ਕੀ ਕਰਨਾ ਆਇਆ ਤੂੰ? ਦੂਜਾ ਜਿਹੜਾ ਹਿੱਸਾ ਹੈਗਾ ਉਹ ਹੈਗਾ ਡੇ ਐਂਡ ਨਾਈਟ ਦਾ, ਕਿ ਰਾਤ ਨੂੰ ਹੁੰਦੀਆਂ ਨੇ ਤਾਂ ਰਾਤ ਨੂੰ ਪੜ੍ਹਨਾ ਪੈਣਾ। ਉੱਥੇ ਜਿਹੜਾ ਮੁੱਦਾ ਹੈਗਾ ਤੁਸੀਂ ਖੁਦ ਉਹ ਟਾਈਮ ਨੂੰ ਸਿਲੈਕਟ, ਜਦੋਂ ਕੋਰਸ ਸਿਲੈਕਸ਼ਨ ਹੋਣੀ ਹੈ ਆਪਣਾ ਤੁਹਾਡਾ ਸਕੈਜੂਲ ਤੁਸੀਂ ਪਿਕ ਕਰਨਾ ਹੈ, ਤੁਸੀਂ ਖੁਦ ਸਕੈਜੂਲ ਪਿਕ ਕਰਿਆ। ਕਿਸੇ ਨੇ ਤਾਂ ਨਹੀਂ ਤੁਹਾਨੂੰ ਕਿਹਾ ਸੀ ਨਾ ਕਿ ਮੈਨੂੰ ਮਨਜ਼ੂਰ ਹੈ। ਜੇ ਤੁਹਾਨੂੰ ਨਹੀਂ ਮਨਜ਼ੂਰ ਤੁਸੀਂ ਕਹਿ ਦਿਓ ਮੈਨੂੰ ਨਹੀਂ ਮਨਜ਼ੂਰ, ਉਹ ਡੈਫਰ ਕਰਨਗੇ। ਪਰ ਜੇ ਤੁਸੀਂ ਉਹ ਕੋਰਸ ਸਿਲੈਕਸ਼ਨ ਵੀ ਆਪ ਕੀਤਾ ਤੇ ਟਾਈਮ ਸਿਲੈਕਸ਼ਨ ਵੀ ਆਪ ਕੀਤਾ ਫਿਰ ਤੁਸੀਂ ਕਿਸੇ ਨੂੰ ਕਸੂਰਵਾਰ ਨਹੀਂ ਨਾ ਠਹਿਰਾ ਸਕਦੇ। ਜਿਹੜਾ ਪੋਰਟ ਆਫ ਐਂਟਰੀ ਆਫਿਸਰ ਹੈ ਇਹੀ ਕਹੂਗਾ ਨਾ ਕਿ ਤੈਨੂੰ ਪਤਾ ਸੀ ਵੀ ਤੇਰੀਆਂ ਕਲਾਸਾਂ ਰਾਤ ਨੂੰ ਨੇ? ਉਹ ਕਹੂਗਾ ਹਾਂਜੀ ਮੈਨੂੰ ਪਤਾ ਨੇ, ਤੂੰ ਪਿਕ ਕਿਉਂ ਕੀਤੀਆਂ? ਤਾਂ ਉਹ ਜਿਹੜੇ 2 ਮੁੱਦੇ ਨੇ ਉਹ ਚਿੱਠੀ ਦਾ ਕੋਈ ਵੀ ਮੁੱਲ ਨਹੀਂ ਹੈਗਾ। ਜੇ ਐਗਜ਼ੈਂਪਸ਼ਨ ਹੈ ਜਿਹੜੀ ਉਹ 2 ਹਿੱਸਿਆਂ 'ਚ ਐਗਜ਼ੈਂਪਸ਼ਨ ਹੈ। ਸਭ ਤੋਂ ਪਹਿਲੀ ਹੈਗੀ ਹੈ ਕਿ ਜੇ ਤੁਹਾਡੇ ਕੋਲ ਰਿਲਾਇਬਲ ਇੰਟਰਨੈਟ ਨਹੀਂ ਹੈਗਾ ਫਿਰ ਤੁਸੀਂ ਐਗਜ਼ੈਂਪਟਡ ਹੋ, ਫਿਰ ਤੁਹਾਨੂੰ ਆਉਣ ਦਿੱਤਾ ਜਾਊਗਾ। ਪਰ ਇਹਦਾ ਓਨਸ ਹੈ ਜਿਹੜਾ ਜ਼ਿੰਮੇਵਾਰੀ ਹੈ ਉਹ ਤੁਹਾਡੇ ਤੇ ਹੈ। ਤੁਸੀਂ ਪ੍ਰੂਵ ਕਰਨਾ ਨਾ ਕਿ ਮੇਰੇ ਕੋਲ ਰਿਲਾਇਬਲ ਇੰਟਰਨੈਟ ਨਹੀਂ। ਤੇ ਇੰਡੀਆ ਬਾਰੇ ਇਹ ਆਮ ਤੌਰ ਤੇ ਵਿਚਾਰ ਹੈ ਕਿ ਉੱਥੇ ਰਿਲਾਇਬਲ ਇੰਟਰਨੈਟ ਹੈਗਾ। ਉੱਥੇ ਸਭ ਤੋਂ ਜ਼ਿਆਦਾ ਸੈੱਲ ਫੋਨਸ ਨੇ, ਸਭ ਤੋਂ ਜ਼ਿਆਦਾ ਇੰਟਰਨੈਟ ਹੈ, ਚੀਪ ਪਲਾਨਸ ਨੇ। ਹਰੇਕ ਆਫਿਸਰ ਜਿਹੜਾ ਪੋਰਟ ਆਫ ਐਂਟਰੀ ਆਫਿਸਰ ਹੋਊਗਾ ਉਹਨੂੰ ਤਾਂ ਦੱਸਿਆ ਗਿਆ ਨਾ ਕਿ ਉੱਥੇ ਰਿਲਾਇਬਲ ਇੰਟਰਨੈਟ ਹੈ। ਜੇ ਤੁਸੀਂ ਪ੍ਰੂਵ ਕਰਨਾ ਹੈ ਕਿ ਮੇਰੇ ਕੋਲ ਰਿਲਾਇਬਲ ਇੰਟਰਨੈਟ ਨਹੀਂ ਹੈਗਾ, ਮੈਂ ਇੱਕ ਤੁਹਾਨੂੰ ਘਟਨਾ ਬਾਰੇ ਦੱਸਣਾ ਚਾਹੁੰਦਾ। ਆਪਾਂ ਜਦੋਂ ਇਹ ਗੱਲ ਕਰ ਰਹੇ ਸੀ ਰਿਲਾਇਬਲ ਇੰਟਰਨੈਟ ਦੀ, ਇੱਕ ਸਟੂਡੈਂਟ ਨੇ ਇਹ ਗੱਲ ਸੁਣ ਕੇ ਉਤੋਂ 에ਅਰਪੋਰਟ ਤੋਂ ਉਹ ਦਿੱਲੀ ਤੋਂ ਹਵਾਈ ਉਡਾਨ ਲੈ ਕੇ ਇੱਥੇ ਕੈਨੇਡਾ ਪਹੁੰਚ ਗਿਆ। ਉਹਨੂੰ ਵਾਪਸ ਭੇਜਿਆ ਜਾ ਰਿਹਾ ਸੀ ਤੇ ਵਾਪਸ ਭੇਜਿਆ ਜਾ ਰਿਹਾ ਸੀਗਾ ਤੇ ਉਹਨੂੰ ਆਪਣਾ ਫੋਨ ਨੰਬਰ ਟੀਵੀ ਤੋਂ ਮਿਲਿਆ ਹੋਇਆ ਸੀ। ਉਹਨੇ ਆਫਿਸ 'ਚ ਫੋਨ ਕੀਤਾ, ਉਹਨੇ ਆਫਿਸ ਕੀਤਾ ਕਿ ਮੈਂ ਤੁਹਾਡੇ ਕਹੇ ਤੋਂ ਆ ਗਿਆ ਤੇ ਮੈਨੂੰ ਤਾਂ ਵਾਪਸ ਭੇਜ ਰਹੇ ਹੈਗੇ ਨੇ, ਸਾਡਾ ਕਲਾਇੰਟ ਹੈ? ਉਹ ਕਹਿੰਦਾ ਨਹੀਂ ਜੀ ਤੁਹਾਡਾ ਕਲਾਇੰਟ ਤਾਂ ਹੈ ਨਹੀਂ। ਉਹਨੇ ਪੁੱਛਿਆ ਵੀ ਫਿਰ ਤੂੰ ਸਾਡੇ ਕਹੇ ਤੋਂ ਕਿਵੇਂ ਆਇਆ? ਉਹ ਕਹਿੰਦਾ ਮੈਂ ਤੁਹਾਨੂੰ ਟੀਵੀ ਤੇ ਦੇਖਿਆ ਸੀ, ਤੁਸੀਂ ਇਹ ਦੱਸਿਆ ਸੀ ਵੀ ਮੇਰੇ ਕੋਲ ਰਿਲਾਇਬਲ ਇੰਟਰਨੈਟ ਨਹੀਂ ਤੇ ਮੈਂ ਆ ਗਿਆ। ਤੇਰੇ ਕੋਲ ਕੀ ਪ੍ਰੂਫ ਹੈ ਵੀ ਤੇਰੇ ਕੋਲ ਰਿਲਾਇਬਲ ਇੰਟਰਨੈਟ ਨਹੀਂ ਹੈਗਾ? ਤੇ ਉਹਨੇ ਆਖਿਆ ਕਿ ਮੇਰੇ ਕੋਲ ਤਾਂ ਕੋਈ ਪ੍ਰੂਫ ਨਹੀਂ ਹੈਗਾ। ਤੇ ਫਿਰ ਇਹ ਹਾਫ ਹਾਰਟਡ ਇਨਫੋਰਮੇਸ਼ਨ ਹੈ ਨਾ, ਪਤਾ ਇਹ ਦੱਸਿਆ ਵੀ ਹੋਣਾ ਚਾਹੀਦਾ, ਤੁਹਾਡੇ ਕੋਲ ਹੈਗਾ ਕਿ ਨਹੀਂ ਹੈਗਾ। ਉਹਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਤੁਸੀਂ ਜਿਹੜੀ ਤੁਹਾਡੀ ਇੰਟਰਨੈਟ ਪ੍ਰੋਵਾਈਡਰ ਹੈ ਜੇ ਉਹ ਦੱਸਦਾ ਕਿ ਇਹ ਜ਼ੋਨ ਦੇ ਵਿੱਚੋਂ ਰਿਲਾਇਬਲ ਨਹੀਂ ਹੈਗਾ, ਤੁਸੀਂ ਡਾਟਾ ਲੌਗ ਲੈ ਸਕਦੇ ਹੋ। ਜਦੋਂ ਵੀ ਆਪਾਂ ਇੰਟਰਨੈਟ ਤੇ ਔਨ ਹੋਣੇ ਆਫ ਨੇ ਦਾ ਆਪਣਾ OIP ਐਡਰੈਸ ਤੇ ਉੱਤੇ ਲੌਗ ਬਣਦਾ ਹੈਗਾ, ਕਿੰਨੇ ਆਪਾਂ ਗੀਗਾਬਾਈਟਸ ਜਾਂ ਮੈਗਾਬਾਈਟਸ ਐਕਸਚੇਂਜ ਕੀਤੇ ਉਹਦਾ ਲੌਗ ਹੁੰਦਾ ਹੈ, ਆਪਾਂ ਕਿਹੜੀ ਵੈਬਸਾਈਟਸ ਨੂੰ ਵਿਜ਼ਿਟ ਕੀਤਾ ਉਹਦਾ ਲੌਗ ਹੁੰਦਾ ਹੈ, ਕਿੰਨੀ ਵਾਰੀ ਉਹ ਡਿਸਟਰਪਸ਼ਨ ਹੋਈ, ਕਿੰਨੀ ਵਾਰੀ ਉਹ ਚੱਲਦਾ ਰਿਹਾ ਉਹਦਾ ਲੌਗ ਹੁੰਦਾ ਹੈ। ਜੇ ਇੰਟਰਨੈਟ ਪ੍ਰੋਵਾਈਡਰ ਤੁਹਾਨੂੰ ਲੌਗ ਪ੍ਰੋਵਾਈਡ ਕਰਦਾ ਹੈ ਤੇ ਉਹ ਲੌਗ ਦੱਸਦਾ ਹੈ ਕਿ ਇਹ ਡਿਸਟਰਪਸ਼ਨ ਹੁੰਦੀਆਂ ਨੇ, ਆਹ ਟਾਈਮ ਜਿਹੜੇ ਟਾਈਮ ਉਹਦੀ ਕਲਾਸ ਲੱਗਣੀ ਉਹ ਟਾਈਮ ਰਿਲਾਇਬਲ ਨਹੀਂ ਹੈਗਾ, ਬਿਲਕੁਲ ਆਫਿਸਰ ਮੰਨ ਲੂਗਾ ਜੀ। ਪਰ ਜੇ ਆ ਕੇ ਸਿੰਪਲੀ ਕਹੋਗੇ ਮੇਰੇ ਕੋਲ ਰਿਲਾਇਬਲ ਇੰਟਰਨੈਟ ਨਹੀਂ ਹੈਗਾ ਤਾਂ ਉਹ ਪੁੱਛੂਗਾ ਮੇਰਾ ਤੇਰੇ ਕੋਲ ਕੀ ਸਬੂਤ ਹੈ, ਫਿਰ ਤੁਸੀਂ ਕਿਵੇਂ ਪ੍ਰੂਵ ਕਰੋਗੇ? ਸਬੂਤ ਮਤਲਬ ਨਾਲ ਤੁਹਾਨੂੰ ਪੇਸ਼ ਕਰਨੇ ਪੈਣੇ ਆ। ਹਾਂਜੀ, ਕਿਉਂਕਿ ਜਹਾਜ਼ ਚੜ੍ਹ ਕੇ ਆਉਣ 'ਚ ਕੋਈ ਪ੍ਰੋਬਲਮ ਨਹੀਂ ਆਉਣੀ। ਪ੍ਰੋਬਲਮ ਆਉਣੀ ਹੈ ਜਦੋਂ ਤੁਹਾਨੂੰ ਇਹ ਸਵਾਲ ਪੁੱਛਿਆ ਜਾਊਗਾ ਤੇਰਾ ਸਕੂਲ ਇਨ ਪਰਸਨ ਹੈ, ਤੁਸੀਂ ਕਹਿਣਾ ਨਹੀਂ, ਉਹ ਫਿਰ ਕਿਉਂ ਆਉਣ ਦਿੱਤਾ ਜਾਵੇ? ਕਹੂਗਾ ਮੇਰੇ ਕੋਲ ਇੰਟਰਨੈਟ ਨਹੀਂ, ਪਰ ਤੁਸੀਂ ਸਬੂਤ ਤਾਂ ਦੇਣਾ ਨਾ ਮੇਰੇ ਕੋਲ ਇੰਟਰਨੈਟ ਨਹੀਂ ਹੈ। ਦੂਜਾ ਜਿਹੜਾ ਐਗਜ਼ੈਂਪਸ਼ਨ ਹੈਗਾ ਉਹ ਹੈਗਾ ਲੈਬ ਦੇ ਉੱਤੇ। ਜੇ ਤੁਹਾਡਾ ਲੈਬ ਵਰਕ ਹੈ ਉਹ ਤਾਂ ਆਨਲਾਈਨ ਨਹੀਂ ਹੋ ਸਕਦਾ, ਉਹ ਤਾਂ ਜੇ ਤੁਸੀਂ ਲੈਬ 'ਚ ਪ੍ਰੈਜ਼ੈਂਟ ਹੈਗੇ ਹੋ ਤਾਂ ਹੀ ਲੈਬ ਦੇ ਵਿੱਚ ਤੁਹਾਨੂੰ ਬਿਲਕੁਲ ਜੀ ਜੇ ਪ੍ਰੈਕਟੀਕਲ ਹੈਗਾ। ਉਹਦੇ ਲਈ ਵੀ ਇਹ ਨਹੀਂ ਹੈਗਾ ਕਿ ਸਕੂਲ ਨੇ ਲਿਖ ਕੇ ਦੇਤਾ ਕਿ ਇਹਦਾ ਲੈਬ ਵਰਕ ਹੈ, ਤੁਹਾਨੂੰ ਐਕਚੁਅਲੀ ਸਕੈਜੂਲ ਪ੍ਰੋਡਿਊਸ ਕਰਨਾ ਪਊਗਾ ਕਿ ਫਲਾਣੇ ਦਿਨ ਆਹ ਲੈਬ ਦੇ ਵਿੱਚੋਂ ਇੰਨੇ ਘੰਟੇ ਦਾ ਜਿਹੜਾ ਅਪਾਇੰਟਮੈਂਟ ਹੈਗੀ ਆ ਜਾਂ ਇਹਨੇ ਇੱਥੇ ਕੰਮ
ਕਰਨਾ ਹੈਗਾ ਤਾਂ ਹੀ ਤੁਹਾਨੂੰ ਆਉਣ ਦਿੱਤਾ ਜਾਊਗਾ। ਤੋ ਇਹਦੇ ਉੱਤੇ ਵੀ ਕੇਸ ਮੈਂ ਪਿਛਲੇ ਡੀਲ ਕੀਤਾ ਜੀ। ਉਹਦੇ ਵਿੱਚੋਂ ਲੈਬ ਵਰਕ ਤਾਂ ਸੀਗਾ ਪਰ ਉਹ ਸਟੂਡੈਂਟ ਕੋਲੇ ਸਕੈਜੂਅਲ ਨਹੀਂ ਸੀਗਾ। ਤੋ ਸਕੈਜੂਅਲ ਨਹੀਂ ਸੀਗਾ ਤੇ ਉਹ ਆਪਣੇ ਸਕੂਲ ਨੂੰ ਕੰਟੈਕਟ ਕਰ ਰਿਹਾ ਸੀ ਤੇ ਸੰਡੇ ਵਾਲੇ ਦਿਨ ਸਕੂਲ 'ਚ ਵੀ ਕੋਈ ਅਵੇਲੇਬਲ ਨਹੀਂ ਸੀ ਤੇ ਉਸ ਤੋਂ ਬਾਅਦ ਉਹਨੂੰ ਰੋਕਿਆ ਗਿਆ। ਰੋਕਣ ਤੋਂ ਬਾਅਦ ਫਿਰ ਸਕੂਲ ਤੋਂ ਸਕੈਜੂਅਲ ਪ੍ਰੋਡਿਊਸ ਕੀਤਾ ਗਿਆ ਤਾਂ ਉਹਨੂੰ ਆਉਣ ਦਿੱਤਾ ਗਿਆ। ਤੋ ਜੇ ਸਬੂਤ ਨਹੀਂ ਹੈਗੇ ਤਾਂ ਤੁਸੀਂ ਬਿਲਕੁਲ ਆਉਣ ਦੀ ਅਟੈਂਪਟ ਨਾ ਕਰੋ ਚਾਹੇ ਤੁਹਾਨੂੰ 18 ਮਾਰਚ ਤੋਂ ਪਹਿਲਾਂ ਵੀ ਸਟੂਡੈਂਟ ਵੀਜ਼ਾ ਮਿਲਿਆ ਹੈਗਾ। ਹਾਲਾਂਕਿ ਆਪਾਂ ਹਰ ਐਪੀਸੋਡ 'ਚ ਕਿਹਾ ਕਿ ਤੁਹਾਨੂੰ ਇਹ ਪ੍ਰੂਫ ਖੁਦ ਕਰਨਾ ਪੈਣਾ ਹੈ, ਬਿਲਕੁਲ ਤੁਹਾਡੀ ਜੀ। ਆਪਣੀ ਇਹ ਜ਼ਿੰਮੇਵਾਰੀ ਹੈ। ਇਸ ਦੇ ਬਾਵਜੂਦ ਦਰਸ਼ਕਾਂ ਨੂੰ ਇਹ ਜ਼ਰੂਰ ਅਪੀਲ ਹੈ ਕਿ ਇੱਕ ਵਾਰੀ ਐਪੀਸੋਡ ਨੂੰ ਪੂਰਾ ਜ਼ਰੂਰ ਸੁਣਿਆ ਕਰੋ। ਸਮਟਾਈਮਸ ਕਿ ਤੁਸੀਂ ਅੱਧਾ ਸਕਰੋਲ ਕਰਕੇ ਵੇਖਦੇ ਹੋ ਤੇ ਕਾਫੀ ਇਨਫੋਰਮੇਸ਼ਨ ਜਿਹੜੀ ਆ ਉਹ ਲੰਘ ਜਾਂਦੀ ਆ। ਤਾਂ ਸਟੂਡੈਂਟਸ ਇਸ ਵਕਤ ਕੀ ਕਰਨ, ਕਿਉਂਕਿ ਇੱਥੇ ਵੀ ਅਸੀਂ ਦੇਖ ਰਹੇ ਹਾਂ ਕੁਝ ਸਟੂਡੈਂਟਸ ਨੇ ਇਸ ਗੱਲ ਨੂੰ ਲੈ ਕੇ ਵੀ ਪ੍ਰੋਟੈਸਟ ਕੀਤਾ ਕਿ ਫੀਸ ਇੱਕਦਮ ਕੁਝ ਯੂਨੀਵਰਸਿਟੀ ਵੱਲੋਂ ਵਧਾ ਦਿੱਤੀ ਗਈ ਆ। ਅਜਿਹੇ ਵਿੱਚ ਸਟੂਡੈਂਟਸ ਹੁਣ ਜਿਹੜੇ ਆ ਸਟੂਡੈਂਟਸ ਵਰਸਸ ਯੂਨੀਵਰਸਿਟੀ ਵਾਲਾ ਸਿਸਟਮ ਹੋ ਚੁੱਕਿਆ, ਇਹਦੇ ਜੀ। ਬਾਰੇ ਕੀ ਕਹੋਗੇ? ਕਰਨ ਜਿਹੜੇ ਸੈਕਸ਼ਨ 219 ਹੈ ਉਹ ਬਹੁਤ ਕਲੀਅਰ ਹੈਗਾ। ਉਹ ਇਹ ਡਿਸਪਿਊਟ ਤੋਂ ਕਾਨੂੰਨ ਬਿਲਕੁਲ ਬਾਹਰ ਹੈਗਾ। ਜਿਹੜਾ ਸੈਕਸ਼ਨ 219 ਹੈ ਉਹ ਕਹਿੰਦਾ ਹੈਗਾ ਕਿ ਤੁਸੀਂ ਇਨਰੋਲਡ ਹੋਣੇ ਚਾਹੀਦੇ ਹੋ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ 'ਚ ਤੇ ਦੂਜਾ ਤੁਸੀਂ ਆਪਣੀ ਪੜ੍ਹਾਈ ਨੂੰ ਅਫੋਰਡ ਤੇ ਆਪਣੇ ਆਪ ਨੂੰ ਮੈਨੇਜ ਕਰ ਸਕਦੇ ਹੋਮੋ ਕੈਨੇਡਾ 'ਚ ਵਿਦਆਊਟ ਵਰਕਿੰਗ। ਤੋ ਇਹ ਕਾਨੂੰਨ ਹੈ, ਲਾਅ ਹੈਗਾ। ਤੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਯੂਨੀਵਰਸਿਟੀ ਨੇ ਫੀਸ ਵਧਾਤੀ ਤੇ ਹੁਣ ਮੈਨੂੰ ਜਿਹੜੀ ਮੈਂ ਮੈਨੇਜ ਨਹੀਂ ਕਰ ਸਕਦਾ। ਬਹੁਤ ਮੈਸੇਜ ਐਵੇਂ ਦੇ ਆ ਰਿਹਾ, ਸਟੂਡੈਂਟਸ ਕਹਿ ਰਹੇ ਕਿ ਜੇ ਅਸੀਂ ਆਪਣਾ ਇਸ ਟਾਈਮ ਲਈ ਕੁਇਟ ਕਰ ਦਈਏ ਇਸ ਸਮੈਸਟਰ, ਜਦੋਂ ਇਸ ਟਾਈਮ ਫੀਸਾਂ ਵੱਧ ਰਹੀਆਂ ਨੇ ਤਾਂ ਕੀ ਅਸੀਂ ਅੱਗੇ ਸਟੱਡੀ ਕਰਨ ਲਈ ਦੁਬਾਰਾ ਐਲੀਜੀਬਲ ਹੋਵਾਂਗੇ? ਜੇ ਉਹ ਸੈਕਸ਼ਨ 220 ਦੀ ਰਿਕੁਆਇਰਮੈਂਟ ਜਿਹੜੀ ਬੀ ਹੈਗੀ ਹੈ ਤੇ ਉਹ ਐਕਟਿਵਲੀ ਪਰਸੂਇੰਗ ਫੁੱਲ ਟਾਈਮ ਐਜੂਕੇਸ਼ਨ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਉਹ ਪ੍ਰੋਬਲਮ ਆ ਸਕਦੀ ਹੈ। ਪਰ ਉਹ 'ਚ ਕੁਝ ਐਗਜ਼ੈਂਪਸ਼ਨ ਵੀ ਹੈਗੀਆਂ ਨੇ। ਸਭ ਤੋਂ ਪਹਿਲੀ ਐਗਜ਼ੈਂਪਸ਼ਨ ਤਾਂ ਇਹ ਹੈਗੀ ਹੈ ਕਿ ਜੇ ਤੁਸੀਂ ਕੋਰਸ ਸ਼ੁਰੂ ਕਰਿਆ ਤੇ 10 ਦਿਨਾਂ ਦੇ ਵਿੱਚ ਤੁਹਾਨੂੰ ਉਹ ਕੋਰਸ ਪਸੰਦ ਨਹੀਂ ਆਇਆ ਤਾਂ 10 ਡੇ ਕੂਲਿੰਗ ਆਫ ਪੀਰੀਅਡ ਹੈ। 10 ਦਿਨਾਂ ਦੇ ਵਿੱਚ ਜੇ ਤੁਸੀਂ ਵਿਡਰਾਅ ਕਰ ਲੈਂਦੇ ਹੋ ਫਿਰ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਆਉਂਦਾ। ਦੂਜਾ, ਜਦੋਂ ਤੁਸੀਂ ਵਿਡਰਾਅ ਕਰ ਲਿਆ ਤਾਂ ਤੁਹਾਡੇ ਕੋਲ ਸਿਰਫ 150 ਡੇਜ਼ ਨੇ ਦੁਬਾਰੇ ਸਕੂਲ ਜਾਣ ਨੂੰ। ਤਾਂ ਤੁਸੀਂ ਇਹ 150 ਡੇਜ਼ ਦੇ ਵਿੱਚ ਸਕੂਲ ਜਾਣਾ। ਪਹਿਲਾਂ 'ਚ ਬਹੁਤ ਕਨਫਿਊਜ਼ਨ ਸੀਗਾ ਕਿਉਂਕਿ ਰਿਟਨ ਨਹੀਂ ਸੀ ਕਿਤੇ ਕਿ ਕਿੰਨਾ ਵਕਤ ਲੱਗੇ। ਸੋ ਕੋਈ ਇਹਨੂੰ 90 ਦਿਨ ਕਹਿੰਦਾ ਸੀ, ਕੋਈ 180 ਦਿਨ ਕਹਿੰਦਾ ਸੀ, ਪਰ ਉਹ ਬਹੁਤ ਕਲੀਅਰ ਹੈਗਾ। ਕੋਰਟ ਨੇ ਇਹਦੇ ਉੱਤੇ ਫੈਸਲਾ ਵੀ ਦਿੱਤਾ। ਉਹ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਕਲੀਅਰ ਕਰਨਾ ਪਿਆ ਕਿ ਐਕਚੁਅਲੀ ਕਿੰਨੇ ਦਿਨ ਉਹ ਬਾਹਰ ਰਹਿ ਸਕਦੇ ਨੇ। ਉਹਦੇ ਲਈ 150 ਡੇਜ਼ ਹੈਗੇ ਨੇ। ਤੋ ਜੇ ਤੁਹਾਨੂੰ ਫੀਸ ਵੱਧ ਗਈ ਹੈ ਤੇ ਤੁਸੀਂ ਉੱਥੇ ਪੜ੍ਹਨਾ ਨਹੀਂ ਚਾਹੁੰਦੇ, ਹਾਂਜੀ ਤੁਸੀਂ ਵਿਡਰਾਅ ਕਰ ਸਕਦੇ ਹੋ 10 ਦਿਨਾਂ ਦੇ ਵਿੱਚ 150 ਡੇਜ਼ ਤੋਂ ਵਿੱਚੋਂ ਜਾਣਾ। ਪਰ ਇਹ ਤਾਂ ਹੈ ਜੇ ਨਵਾਂ ਕੋਰਸ ਕਰ ਰਹੇ। ਜੇ ਤੁਸੀਂ ਆਲਰੇਡੀ ਕੋਰਸ ਕਰ ਰਹੇ ਹੋ ਤੇ ਉਹਨਾਂ ਨੇ ਫੀਸ ਵਧਾ ਦਿੱਤੀ ਹੈ ਫਿਰ ਤੁਸੀਂ ਕੋਰਟ ਦਾ ਰਾਹ ਤਾਂ ਕਰ ਸਕਦੇ ਹੋ, ਪਰ ਇਹ ਕਹਿ ਕੇ ਵਿਡਰਾਅ ਨਹੀਂ ਕਰ ਸਕਦੇ ਕਿ ਮੇਰੀ ਫੀਸ ਵਧਾਤੀ ਤੇ ਮੈਂ ਨਹੀਂ ਪੜ੍ਹਨਾ ਚਾਹੁੰਦਾ। ਜਿਹੜੀ ਫੀਸ ਵਧਾਉਣ ਵਾਲੀ ਗੱਲ ਹੈ, ਜਦੋਂ ਤੁਹਾਨੂੰ ਆਫਰ ਲੈਟਰ ਮਿਲਦੀ ਹੈਗੀ ਹੈ ਤਾਂ ਉਹ ਤੇ ਆਲਰੇਡੀ ਟਰਮਸ ਐਂਡ ਕੰਡੀਸ਼ਨਸ ਤੈਅ ਹੁੰਦੀਆਂ ਨੇ। ਤੋ ਉਹ ਆਫਰ ਨੂੰ ਤੁਸੀਂ ਮਨਜ਼ੂਰ ਕਰਦੇ ਆ ਤਾਂ ਉਹ ਲੀਗਲੀ ਬਾਈਂਡਿੰਗ ਡਾਕੂਮੈਂਟ ਬਣ ਜਾਂਦਾ ਹੈ। ਸੋ ਉਹ ਆਫਰ ਦੇ ਉੱਤੇ ਨਵੀਂ ਫੀਸ ਨਹੀਂ ਵਧਾਈ ਜਾ ਸਕਦੀ। ਹਾਂ, ਜੇ ਤੁਸੀਂ ਨਵਾਂ ਕੋਰਸ ਕਰਨਾ ਉਹ ਵਧਾਈ ਜਾ ਸਕਦੀ ਹੈ। ਤੋ ਜੇ ਤੁਸੀਂ ਪੁਰਾਣਾ ਕਰ ਰਹੇ ਹੋ ਉਹ 'ਚ ਕੋਈ ਫੀ ਵਧਾ ਰਹੇ ਨੇ ਤਾਂ ਬਿਲਕੁਲ ਤੁਸੀਂ ਕੋਰਟ ਜਾ ਸਕਦੇ ਹੋ। ਦਰਸ਼ਕ ਸਾਡੇ ਨਾਲ ਜੁੜ ਕੇ ਉਹਨਾਂ ਨਾਲ ਅਸੀਂ ਗੱਲ ਕਰ ਲਈਏ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? USA ਤੋਂ ਅੱਜ ਤੋਂ 2 ਹਫ਼ਤੇ ਪਹਿਲਾਂ ਖਹਿਰਾ ਸਾਹਿਬ ਨੇ ਇੰਟਰਵਿਊ ਦਿੱਤੀ ਸੀ। ਕੋਈ ਜਿੱਦਾਂ ਕੈਨੇਡਾ ਦੇ ਵਿੱਚ ਆ ਕੇ ਕੋਈ ਫਾਰਮ ਆਪਣਾ ਚਲਾਉਣਾ ਚਾਹੇ ਲਾ ਕੇ ਉਹਦਾ ਪੁੱਛਣਾ ਸੀ ਕਿੱਦਾਂ ਵੀ ਉਹਦੀ ਲਿਮਿਟ ਦਾ ਵੀ ਦੱਸਿਆ ਸਾ ਵੀ ਜਿੱਦਾਂ ਇੰਡੀਅਨ 50 ਲੱਖ ਰੁਪਈਆ ਲਾਵੇ। ਜੀ ਸਰ, ਇਹਦੇ ਬਾਰੇ ਕੋਈ ਜਾਣਕਾਰੀ ਦੇਣਾ ਚਾਹੋਗੇ? ਜੀ ਤੁਸੀਂ ਟੀਵੀ ਸਕਰੀਨ ਤੇ ਆਪਾਂ ਜੇ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹਾਂਜੀ, ਉਹਦੀਆਂ ਰਿਕੁਆਇਰਮੈਂਟਸ ਹੈਗੀਆਂ ਨੇ। ਉਹ ਰਿਕੁਆਇਰਮੈਂਟਸ ਨੇ, ਸਭ ਤੋਂ ਪਹਿਲਾਂ ਤੁਸੀਂ ਗ੍ਰੇਡ 12 ਪਾਸ ਹੋਣੇ ਚਾਹੀਦੇ ਹੋ ਜੀ, ਇਹ ਬਹੁਤ ਜ਼ਰੂਰੀ ਹੈ। ਤੇ ਇਹਦੇ ਨਾਲ ਨਾਲ ਤੁਹਾਡੇ 4 ਬੈਂਡ ਅੰਗਰੇਜ਼ੀ 'ਚ ਆਉਣੇ ਜ਼ਰੂਰੀ ਹੈਗੇ ਨੇ। ਤੇ ਬਾਕੀ ਤੁਹਾਡਾ ਪਿਛਲੇ 10 ਸਾਲਾਂ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ। ਤੇ ਦੂਜਾ, ਤੁਹਾਡੇ ਕੋਲੇ ਨੈਟਵਰਕ ਹੈ ਜਿਹੜਾ ਉਹ ਹੋਣਾ ਇੰਪੋਰਟੈਂਟ ਹੈਗਾ। ਤੋ ਇਹ ਨਹੀਂ ਹੈਗੀ ਕਿ ਤੁਹਾਡੇ ਕੋਈ ਜ਼ਮੀਨ ਨਾ ਨਹੀਂ ਹੈਗੀ, ਸਿਰਫ ਕਿਸੇ ਦੇ ਫਾਰਮ 'ਤੇ ਕੰਮ ਕਰਦੇ ਹੋ ਫਿਰ ਤੁਸੀਂ ਐਲੀਜੀਬਲ ਨਹੀਂ ਹੋ ਪਾਓਗੇ। ਤੋ ਅਗੇਨ ਮੈਂ ਉਹੀ ਗੱਲ ਕਹਿਣਾ ਕਿ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੋਈ ਵੀ ਇਹ ਪ੍ਰੋਗਰਾਮ ਬਾਰੇ ਸੁਣਦੇ ਹੋ ਆਫਿਸ ਕਾਲ ਕਰਕੇ ਆਪਣੇ ਬਾਰੇ ਅਸੈਸਮੈਂਟ ਜ਼ਰੂਰ ਲਿਆ ਕਰੋ ਜੀ। ਕਈ ਵਾਰੀ ਜਿਵੇਂ ਆਈ ਵਾਜ਼ ਅਸਟੋਨਿਸ਼ਡ ਜਦੋਂ ਉਹਨੇ ਕਿਹਾ ਕਿ ਮੈਂ ਤੁਹਾਡੀ ਗੱਲ ਸੁਣ ਕੇ ਆਇਆ ਸੀ। ਉਹ ਸਾਡਾ ਕਲਾਇੰਟ ਵੀ ਹੈ ਨਹੀਂ, ਉਹ ਸਿਰਫ ਉਨੀ ਉਸ ਗੱਲ ਸੁਣ ਕੇ
ਕਿ ਮੇਰੇ ਕੋਲ ਰਿਲਾਇਬਲ ਇੰਟਰਨੈਟ ਨਹੀਂ, ਉਹਨੇ ਫਲਾਈਟ ਲੈ ਲਈ, ਆਪਣੇ ਕੰਮ ਦੀ ਇਨਫੋਰਮੇਸ਼ਨ ਕੱਢ ਲਈ ਉਹਨੇ। ਬਿਲਕੁਲ ਜੀ। ਤੇ ਦੂਜਾ ਜਿਹੜਾ ਉਹ ਹਿੱਸਾ ਸੀ ਕਿ ਤੁਸੀਂ ਪ੍ਰੂਵ ਕਰਨਾ ਹੈ, ਉਹ ਹਿੱਸਾ ਉਹਨੂੰ ਇੰਪੋਰਟੈਂਟ ਨਹੀਂ ਲੱਗਿਆ। ਉਵੇਂ ਜਿਵੇਂ ਜਦੋਂ ਵੀ ਤੁਸੀਂ ਕੋਈ ਪ੍ਰੋਗਰਾਮ ਬਾਰੇ ਗੱਲ ਸੁਣਦੇ ਹੋ ਤਾਂ ਜ਼ਰੂਰ ਆਫਿਸ ਕਾਲ ਕਰਕੇ ਅਸੈਸਮੈਂਟ ਕਰਾ ਸਕਦੇ ਹੋ। ਅਸੈਸਮੈਂਟ ਕਰਨ ਦੇ ਇਨੀਸ਼ੀਅਲ ਕੰਸਲਟੇਸ਼ਨ ਦੇ ਕੋਈ ਚਾਰजेस ਨਹੀਂ ਹੈਗੇ ਜੀ, ਉਹਦੇ ਕੋਈ ਫੀ ਨਹੀਂ ਚਾਰਜ ਕਰ ਸਕਦੇ। ਜੇ ਤੁਸੀਂ ਰਿਟੇਨ ਕਰੋਗੇ ਤਾਂ ਹੀ ਜਿਹੜਾ ਤੁਹਾਨੂੰ ਚਾਰजेस ਕੀਤੀਆਂ ਜਾਣਗੀਆਂ। ਤੇ ਆਪਾਂ ਸਟੂਡੈਂਟ ਦੇ ਮਾਮਲੇ ਦੀ ਗੱਲ ਕਰ ਰਹੇ ਸੀਗੇ ਜੀ। ਤੇ ਜੇ ਤੁਹਾਨੂੰ ਫੀ ਵਧਾਤੀ ਹੈ ਤਾਂ ਤੁਸੀਂ ਯੂਨੀਵਰਸਿਟੀ, ਸਕੂਲ, ਕਾਲਜ ਨੂੰ ਕੋਰਟ ਲਿਜਾ ਸਕਦੇ ਹੋ। ਦੂਜਾ ਜਿਹੜਾ ਕਮਿਊਨਿਟੀ ਕਾਲਜ ਹੈ ਉਹਦੇ ਲਈ ਵੱਖ ਵੱਖਰੇ ਪ੍ਰੋਵਿੰਸਿਸ ਵਿੱਚ ombudsman ਹੁੰਦੇ ਨੇ, ਉੱਥੇ ਕੰਪਲੇਨ ਕਰ ਸਕਦੇ ਹੋ। ਜੇ ਕੋਈ ਪ੍ਰਾਈਵੇਟ ਕਰੀਅਰ ਕਾਲਜ ਹੈਗਾ ਉਹਦੇ ਲਈ ਪ੍ਰਾਈਵੇਟ ਕਰੀਅਰ ਕਾਲਜ ਦੇ ਵੀ ਸੁਪਰਵਾਈਜ਼ਰ ਹੈਗੇ ਨੇ, ਤੁਸੀਂ ਉਹਨੂੰ ਵੀ ਕੰਪਲੇਨ ਕਰ ਸਕਦੇ ਹੋ। ਪਰ ਆਮ ਤੌਰ ਤੇ ਇਦਾਂ ਨਹੀਂ ਹੁੰਦਾ ਕਿ ਤੁਸੀਂ ਕੋਰਸ ਦੇ ਦੌਰਾਨ ਤੁਹਾਡੀ ਫੀ ਹੈ ਜਿਹੜੀ ਉਹ ਵਧਾ ਦਿੱਤੀ ਜਾਵੇ। ਬਿਲਕੁਲ, ਇੱਕ ਦਰਸ਼ਕ ਕਰਨਾ ਹੋ ਚੁੱਕੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਮ, ਅਸੀਂ ਵੈਨਕੂਵਰ ਤੋਂ ਬੋਲ ਰਹੇ ਹਾਂ। ਮੇਰਾ ਨਾਮ ਮਨਪ੍ਰੀਤ ਕੌਰ ਹੈ। ਮਨਪ੍ਰੀਤ ਜੀ, ਸਵਾਲ ਪੁੱਛਣਾ? ਹਾਂਜੀ ਮੈਮ, ਮੈਂ ਨਾ ਐਕਚੁਅਲੀ ਫਾਰਮਿੰਗ ਦਾ ਵੀਜ਼ਾ ਲਿਆ ਸੀ, ਹੁਣੇ ਲੈ ਕੇ ਆਈ ਸੀ ਬਾਰਡਰ ਤੋਂ 4 ਮਹੀਨੇ ਦਾ। ਤੇ ਮੈਂ ਇਹ ਪੁੱਛਣਾ ਸੀ ਕਿ ਮੈਂ ਆਪਣਾ ਅੱਗੋਂ ਵੀਜ਼ਾ ਜਿਹੜਾ ਉਹ ਚੇਂਜ ਕਰਵਾ ਸਕਦੇ ਹਾਂ ਅਸੀਂ, ਤੇ ਕਿਸ ਫੀਲਡ ਦੇ ਵਿੱਚ ਚੇਂਜ ਕਰਵਾ ਸਕਦੇ ਤੇ ਕਦੋਂ ਤੱਕ? ਉਹ ਡਿਪੈਂਡ ਕਰੂਗਾ ਜੀ ਤੁਹਾਨੂੰ ਨੌਕਰੀ ਕੌਣ ਦਿੰਦਾ ਹੈਗਾ। ਉਹ ਡਿਪੈਂਡ ਕਰੂਗਾ ਤੁਸੀਂ ਉਹ ਨੌਕਰੀ ਲਈ ਕੁਆਲੀਫਾਈ ਕਰਦੇ ਆ ਕਿ ਨਹੀਂ ਕਰਦੇ। ਜਿਸ ਦਿਨ ਤੁਹਾਡਾ ਡਾਕੂਮੈਂਟ ਐਕਸਪਾਇਰ ਹੁੰਦਾ ਹੈਗਾ ਉਹ ਤੋਂ ਪਹਿਲਾਂ ਤੁਸੀਂ ਅਰਜ਼ੀ ਕਰਨੀ ਹੈਗੀ ਹੈ। ਜੇ ਉਹ ਡਾਕੂਮੈਂਟ ਐਕਸਪਾਇਰ ਹੋ ਜਾਂਦਾ ਹੈ ਉਹ ਤੋਂ 90 ਦਿਨਾਂ ਦੇ ਵਿੱਚ ਕਰ ਸਕਦੇ ਹੋ। ਤੇ ਦੂਜਾ ਇੱਕ ਹੋਰ ਐਗਜ਼ੈਂਪਸ਼ਨ ਹੈ ਜਿਹੜੀ ਹੁਣ ਦਿੱਤੀ ਗਈ ਹੈ ਕੋਵਿਡ-19 ਸਿਚੁਏਸ਼ਨ ਕਰਕੇ, ਉਹ ਇਹ ਹੈ ਕਿ ਜੇ ਤੁਹਾਡਾ ਡਾਕੂਮੈਂਟ 30 ਜਨਵਰੀ 2020 ਤੋਂ ਬਾਅਦ ਐਕਸਪਾਇਰ ਹੋ ਰਿਹਾ ਤਾਂ ਫਿਰ ਤੁਹਾਡੇ ਤੇ 90 ਦਿਨ ਵਾਲਾ ਕਾਨੂੰਨ ਲਾਗੂ ਨਹੀਂ ਹੁੰਦਾ। ਤੁਸੀਂ 31 ਦਸੰਬਰ 2020 ਤੱਕ ਰੈਸਟੋਰੇਸ਼ਨ ਉੱਤੇ ਅਰਜ਼ੀ ਦੀ ਕਰ ਸਕਦੇ ਹੈਗੇ ਹੋ। ਤੁਹਾਡਾ ਆਫ ਕੋਰਸ ਤੁਸੀਂ ਕਿਹਾ 4 ਮਹੀਨੇ ਪਹਿਲਾਂ ਹੈ ਤਾਂ ਤੁਹਾਡਾ 30 ਜਨਵਰੀ ਤੋਂ ਬਾਅਦ ਜਿਹੜਾ ਐਕਸਪਾਇਰ ਹੋ ਰਿਹਾ ਉਹ ਤੁਹਾਡੇ ਕੋਲ 31। ਹੈਲੋ ਸਰ, ਮੇਰਾ ਐਕਚੁਅਲੀ 12 ਦਸੰਬਰ ਨੂੰ ਐਕਸਪਾਇਰ ਹੋਣਾ ਵਾ, ਤੇ ਮੈਂ ਕਿਹੜੇ ਮਹੀਨੇ ਤੱਕ 1 ਮੰਥ ਬਾਅਦ ਕਰ ਸਕਦੀ ਹਾਂ ਅਪਲਾਈ? ਤੇ ਕਿਸ ਫੀਲਡ ਦੇ ਵਿੱਚ, ਜਿੱਦਾਂ ਮੈਂ ਇਸ ਰਿਲੇਟਿਡ ਹੀ, ਫਾਰਮਿੰਗ ਦੇ ਰਿਲੇਟਿਡ ਕਿ ਜਾਂ ਹੋਰ ਕਿਸੇ ਵਿੱਚ ਵੀ ਕਰ ਸਕਦੀ ਹਾਂ? ਹਾਂਜੀ, ਉਹਦਾ ਮੈਂ ਜਵਾਬ, ਹਾਂਜੀ ਬਿਲਕੁਲ ਤੁਸੀਂ ਟੀਵੀ ਸਕਰੀਨ ਤੇ ਆਨਸਰ ਕਰ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਹਾਂਜੀ, ਕਿਸ ਫੀਲਡ ਦੇ ਵਿੱਚੋਂ, ਉਹਦਾ ਜਵਾਬ ਮੈਂ ਪਹਿਲਾਂ ਵੀ ਦਿੱਤਾ ਸੀਗਾ। ਉਹ ਡਿਪੈਂਡ ਕਰੂਗਾ ਤੁਹਾਨੂੰ ਕਿਹੋ ਜਿਹੀ ਨੌਕਰੀ ਮਿਲਦੀ ਹੈ। ਉਹ ਡਿਪੈਂਡ ਕਰੂਗਾ ਤੁਸੀਂ ਉਹ ਨੌਕਰੀ ਲਈ ਕੁਆਲੀਫਾਈ ਵੀ ਕਰਦੇ ਹੋ। ਇਹ ਇੰਪੋਰਟੈਂਟ ਹੈ। ਜੇ ਤੁਸੀਂ ਉਹ ਨਹੀਂ ਉਹ ਨੌਕਰੀ ਲਈ ਕੁਆਲੀਫਾਈ ਕਰਦੇ ਤਾਂ ਫਿਰ ਤੁਸੀਂ ਨਹੀਂ ਅਪਲਾਈ ਕਰ ਸਕੋਗੇ। ਤੇ ਦੂਜਾ, ਕਿਉਂਕਿ ਤੁਹਾਡਾ 12 ਦਸੰਬਰ ਨੂੰ ਖਤਮ ਹੋ ਰਿਹਾ ਤਾਂ ਤੁਹਾਡੇ ਕੋਲ 12 ਦਸੰਬਰ ਤੋਂ ਬਾਅਦ 90 ਦਿਨ ਹੈਗੇ ਆ। ਤੁਹਾਡਾ ਜਨਵਰੀ, ਫੈਬਰਰੀ, ਮਾਰਚ 11 ਤੋਂ ਪਹਿਲਾਂ ਤੁਹਾਡਾ ਰੈਸਟੋਰੇਸ਼ਨ ਨਾਲ ਜਿਹੜਾ ਉਹ ਲੱਗ ਸਕਦਾ ਹੈਗਾ। ਪਰ ਜੇ ਤੁਹਾਨੂੰ ਉਦੋਂ ਪਹਿਲਾਂ ਨੌਕਰੀ ਮਿਲ ਜਾਂਦੀ ਹੈ ਫਿਰ 12 ਦਸੰਬਰ ਤੋਂ ਤੁਸੀਂ ਬਿਨਾਂ ਰੈਸਟੋਰੇਸ਼ਨ ਦੇ ਵੀ ਅਪਲਾਈ ਕਰ ਸਕੋਗੇ ਜੀ। ਬਿਲਕੁਲ ਸਰ, ਸਪਾਊਸ ਵੀਜ਼ਾ ਦੇ ਬਾਰੇ ਵਿੱਚ ਕੋਈ ਨਵੀਂ ਅਪਡੇਸ਼ਨ ਆਈ? ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ ਕਿ ਖਾਸ ਤੌਰ ਤੇ ਕਾਫੀ ਲੰਬੇ ਅਰਸੇ ਤੱਕ ਉਹਨਾਂ ਨੂੰ ਵੇਟ ਕਰਨੀ ਪੈ ਰਹੀ ਹੈ, ਉਹਦੇ ਬਾਰੇ ਕੋਈ? ਹਾਂਜੀ, ਸੋ ਹਾਲੇ ਕੋਈ ਅਪਡੇਸ਼ਨ ਨਹੀਂ। ਰਾਤ ਕਰਕੇ ਪ੍ਰੋਟੈਸਟ ਚੱਲਦੇ ਜਾ ਰਹੇ ਨੇ ਜੀ। ਇੱਕ ਅਮੇਜ਼ਿੰਗ ਗੱਲ ਹੈ ਕਿ ਫਿਲੀਪੀਨਸ ਦੇ ਵਿੱਚ ਵੀ ਇੱਕ ਪ੍ਰੋਟੈਸਟ ਹੋਇਆ ਕਿ ਜਿਹੜੇ ਸਪਾਊਸਸ ਉੱਥੇ ਵੇਟ ਕਰ ਰਹੇ ਨੇ ਉਹਨਾਂ ਨੇ ਵੀ ਜਿਹੜਾ ਇਸ ਗੱਲ ਤੇ ਪ੍ਰੋਟੈਸਟ ਕੀਤਾ ਹੈਗਾ। ਪਰ ਵਿਦਨ ਕੈਨੇਡਾ ਕੇਸਿਸ ਨੇ ਉਹਨਾਂ ਦੀ ਰਫਤਾਰ ਅੱਗੇ ਨਾਲੋਂ ਤੇਜ਼ ਹੋਈ ਹੈ ਜੀ। ਜਿਹੜੇ ਵਿਦਨ ਇਨ ਕੈਨੇਡਾ ਕਲਾਸ ਐਪਲੀਕੇਸ਼ਨ ਨੇ ਉਹਨਾਂ ਤੇ ਪ੍ਰੋਸੈਸਿੰਗ ਹੋਣੀ ਜ਼ਿਆਦਾ ਫਾਸਟ ਸ਼ੁਰੂ ਹੋਈ ਹੈ। ਉਹਦਾ ਰੀਜ਼ਨ ਇਹ ਹੈਗਾ ਕਿ ਉਹਨਾਂ ਤੇ ਕੋਈ ਟਰੈਵਲਰ ਐਗਜ਼ੈਂਪਸ਼ਨ ਨਹੀਂ ਲੱਗਣੀ ਜੀ। ਉਹ ਕੈਨੇਡਾ ਦੇ ਵਿੱਚ ਨੇ ਤੇ ਇੱਥੇ ਲੈਂਡ ਹੋ ਸਕਣਗੇ। ਰਾਦਰ ਕੇ ਜੇ ਸਪਾਊਸ ਨੂੰ ਬਾਹਰੋਂ ਪ੍ਰੋਸੈਸ ਕਰਦੇ ਆ ਤਾਂ ਫਿਰ ਉਹਨੂੰ ਜੇ ਟਰੈਵਲ ਰਿਸਟ੍ਰਿਕਸ਼ਨ ਹੈ ਉਹਨੂੰ ਫਿਰ ਉਹ ਸਾਰੇ ਸਿਚੁਏਸ਼ਨ ਦੇ, ਕਿਉਂਕਿ 18 ਮਾਰਚ ਤੋਂ ਪਹਿਲਾਂ ਮੈਂ ਸਿਚੁਏਸ਼ਨ ਕਰਕੇ ਨਹੀਂ ਆ ਸਕੂਗੇ। ਤੇ ਇਹਦੇ ਨਾਲ ਇੱਕ ਜਿਹੜਾ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਰਿਪੋਰਟ ਦੀ, ਉਹਦੇ 'ਚੋਂ ਹੈਗਾ ਕਿ ਫੈਮਿਲੀ ਕਲਾਸ ਹੁਣ ਤੱਕ ਪਿਛਲੇ ਸਾਲ 50,000 ਤੋਂ ਜ਼ਿਆਦਾ ਲੋਕ ਲੈਂਡ ਕਰ ਚੁੱਕੇ ਸੀ ਤੇ ਹੁਣ ਸਿਰਫ ਐਤਕੀ 7,000 ਹੀ ਲੈਂਡ ਕਰੇ ਨੇ। ਤਾਂ ਫੈਮਿਲੀ ਕਲਾਸ ਨੂੰ ਇਕੱਲੇ ਪੇਰੈਂਟਸ ਗ੍ਰੈਂਡ ਪੇਰੈਂਟਸ ਨਹੀਂ ਹੈਗੇ, ਫੈਮਿਲੀ ਕਲਾਸ ਸਪਾਊਸਸ ਵੀ ਨੇ, ਬੱਚੇ ਵੀ ਨੇ, ਪੇਰੈਂਟਸ ਨੇ, ਗ੍ਰੈਂਡ ਪੇਰੈਂਟਸ ਨੇ। ਤਾਂ ਕਿੱਥੇ 50,000 ਨੰਬਰ ਸੀ ਤੇ ਕਿੱਥੇ ਸਿਰਫ 7,000 ਨੰਬਰ ਹੈ। ਉਹ ਇੰਨੇ ਲੋਕ ਘੱਟ ਜਿਹੜੇ ਪਹੁੰਚੇ ਹੋਏ ਨੇ। ਤੇ ਦੂਜੀ ਜਿਹੜੀਆਂ ਅਰਜ਼ੀਆਂ ਆਊਟਸਾਈਡ ਆਫ ਕੈਨੇਡਾ ਪ੍ਰੋਸੈਸ ਹੋ ਰਹੀਆਂ ਸੀ ਉਹਨਾਂ ਦੇ ਉੱਤੇ ਵੀ ਕੰਮ ਹੋਣਾ ਸ਼ੁਰੂ ਹੋਇਆ ਹੈਗਾ। ਇਹ ਪਿਛਲੇ ਹਫਤੇ ਤੋਂ ਇਹ ਦੇਖਣ ਨੂੰ ਮਿਲਿਆ ਜੀ। ਬਹੁਤ ਸਾਰੀਆਂ ਐਪਲੀਕੇਸ਼ਨਸ ਤੇ ਮੂਵਮੈਂਟ ਹੋਣੀ ਸ਼ੁਰੂ ਹੋਈ ਹੈ। ਪਰ ਖਬਰ ਦੇ ਮੁਤਾਬਕ ਇਹ ਜਿਹੜਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਇਹ ਅਪਣਾਇਆ ਹੋਇਆ ਹੈ
ਕਿ ਕਈ ਵਰਕਰਸ ਨੇ ਜਿਹੜੇ ਇਮੀਗ੍ਰੇਸ਼ਨ ਦੇ ਉਹ 2 ਦਿਨ ਦਫ਼ਤਰ ਜਾਂਦੇ ਆ, ਕਈ ਵਰਕਰਸ 3 ਦਿਨ ਦਫ਼ਤਰ ਜਾਂਦੇ ਆ। ਸੋ ਸਾਰੇ ਵਰਕਰਸ ਨੇ ਜਿਹੜੇ ਉਹ ਇੱਕ ਟਾਈਮ ਪ੍ਰੈਜ਼ੈਂਟ ਨਹੀਂ ਹੁੰਦੇ। ਸੋ ਜੇ ਆਪਾਂ ਵਰਕਫੋਰਸ ਨੂੰ ਹਾਫ ਜਾਂ 2/3 ਘਟਾ ਦਾਂਗੇ ਜੀ ਤਾਂ ਆਫ ਕੋਰਸ ਉਹਨਾਂ ਲੰਬਾ ਟਾਈਮ ਲੱਗੂਗਾ। ਤੇ ਦੂਜੇ ਜਿਹੜੇ ਲੋਕਾਂ ਨੇ ਸਟੱਡੀ ਪਰਮਿਟ ਐਕਸਟੈਂਸ਼ਨ ਲਈ ਜਾਂ ਵਰਕ ਪਰਮਿਟ ਲਈ ਐਕਸਟੈਂਸ਼ਨ ਲਈ ਅਰਜ਼ੀਆਂ ਦਾਖਲ ਕੀਤੀਆਂ ਸੀਗੀਆਂ, ਉਹ ਉਹਦੇ 'ਚ ਕਾਫੀ ਤੇਜ਼ੀ ਅੱਗੇ ਨੂੰ ਦੇਖਣ ਨੂੰ ਮਿਲੀ ਹੈਗੀ ਹੈ। ਮਾਰਚ ਵਾਲੀਆਂ ਅਰਜ਼ੀਆਂ ਨੇ ਜਿਹੜੀਆਂ ਉਹ ਵੀ ਪ੍ਰੋਸੈਸ ਹੋਣੀਆਂ ਹੁਣ ਸ਼ੁਰੂ ਹੋ ਗਈਆਂ ਨੇ। ਸਰ ਕਿਹਾ ਜਾ ਰਿਹਾ ਕਿ ਵਰਕ ਪਰਮਿਟ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਲਈ ਵੀ ਹੁਣ ਲੰਬਾ ਟਾਈਮ ਲੱਗ ਰਿਹਾ, ਵੇਟ ਕਰਨੀ ਪੈ ਰਹੀ ਹੈ ਮੋਰ ਦੈਨ 180 ਡੇਜ਼। ਹਾਂਜੀ ਬਿਲਕੁਲ। ਉਹ ਜਿਹੜੀਆਂ ਜਨਵਰੀ ਫੈਬਰਰੀ ਦੀਆਂ ਐਪਲੀਕੇਸ਼ਨ ਸੀ ਉਹਨਾਂ ਤੇ ਹੁਣ ਡਿਸੀਜਨ ਹੋਏ ਹੈਗੇ। ਮਾਰਚ ਵਾਲੀਆਂ ਐਪਲੀਕੇਸ਼ਨਸ ਤੇ ਹੁਣ ਡਿਸੀਜਨ ਸ਼ੁਰੂ ਹੋਣੇ ਨੇ। ਸੋ ਬਿਲਕੁਲ ਉਹ 6 ਮਹੀਨੇ ਤੋਂ ਵੱਧ ਦਾ ਸਮਾਂ, ਸੋ ਮਾਰਚ ਕਰੀਏ ਸੈਪਟੰਬਰ ਆਉਣ ਵਾਲਾ ਹੋ ਗਿਆ, ਸੋ ਇੰਨੇ ਦਿਨ ਹਾਲੇ ਲੱਗ ਰਹੇ ਨੇ। ਤੇ ਦੂਜੀ ਜਿਹੜੀ ਹੈਗੀ ਆ ਕਿ ਜਦੋਂ ਇਹ ਜਿਹੜਾ ਪੇਪਰ ਐਪਲੀਕੇਸ਼ਨ ਦੀ ਵੀ ਜਾਂ ਆਨਲਾਈਨ ਸ਼ੁਰੂ ਕੀਤਾ ਸੀ, ਉਹ ਅਰਜ਼ੀਆਂ ਤੇ ਹੁਣ ਜਿਹੜੀ ਪ੍ਰੋਸੈਸਿੰਗ ਹੈ, ਚਾਹੇ ਉਹ ਉਹਨਾਂ ਨੇ ਬਾਅਦ 'ਚ ਕਰੀਆਂ ਜੂਨ ਜੁਲਾਈ 'ਚ ਵੀ ਕੀਤੀਆਂ ਨੇ, ਉਹਨਾਂ ਤੇ ਕਾਫੀ ਜਿਹੜਾ ਤੇਜ਼ੀ ਨਾਲ ਡਿਸੀਜਨ ਆ ਰਹੇ ਨੇ, ਕਿਉਂਕਿ ਉਹ ਸਿਚੁਏਸ਼ਨ 'ਚ ਵਰਕ ਫਰੋਮ ਹੋਮ ਵੀ ਹੋ ਸਕਦਾ। ਵਰਕ ਫਰੋਮ ਹੋਮ ਹੈਗਾ ਕਿ ਆਫਿਸਰ ਘਰੇ ਹੈ ਪਰ ਉਹਨੂੰ ਘਰੇ ਕੰਮ ਦੇਤਾ, ਕਿਉਂਕਿ ਉਹ ਆਨਲਾਈਨ ਐਪਲੀਕੇਸ਼ਨ ਤਾਂ ਕੰਪਿਊਟਰ ਤੇ ਹੀ ਹੈ ਨਾ, ਉਹ ਪ੍ਰੋਸੈਸ ਕਰ ਸਕਦਾ, ਉਹਨੂੰ ਫਿਜ਼ੀਕਲ ਫਾਈਲ ਦੀ ਜ਼ਰੂਰਤ ਨਹੀਂ ਹੈਗੀ। ਪਰ ਇਹੋ ਜਿਹੀਆਂ ਕਿੰਨੀਆਂ ਅਰਜ਼ੀਆਂ ਨੇ ਜਿਹਦੀ ਤੁਸੀਂ ਜੇ ਪੇਪਰ ਫਾਈਲ ਕਰਦੇ ਆ ਤਾਂ ਉਹ ਕਾਮਯਾਬ ਜ਼ਿਆਦਾ ਹੁੰਦੀਆਂ ਨੇ, ਜੇ ਆਨਲਾਈਨ ਫਾਈਲ ਕਰਦੇ ਹੋ ਕਾਮਯਾਬ ਘੱਟ ਹੋਣ ਦੇ ਚਾਂਸਸ ਨੇ। ਜਿਵੇਂ ਸਟੂਡੈਂਟ ਜਾਂ ਵਰਕਰ ਦੇ ਸਪਾਊਸਸ ਨੇ, ਜੇ ਉਹ ਆਨਲਾਈਨ ਅਰਜ਼ੀ ਦਾਖਲ ਕਰਦੇ ਹੈ ਤਾਂ ਉਹ ਸਬੂਤ ਪੂਰੇ ਨਹੀਂ ਦੇ ਸਕਦੇ। ਜੇ ਸਬੂਤ ਪੂਰੇ ਨਹੀਂ ਦੇ ਸਕਦੇ ਤਾਂ ਉਹਨਾਂ ਦੀ ਅਰਜ਼ੀ ਰਿਫਿਊਜ਼ ਹੁੰਦੀ ਹੈ। ਇਸੇ ਲਈ ਐਗਜ਼ੈਂਪਸ਼ਨ ਦਿੱਤੀ ਗਈ ਹੈ। ਸੋ ਜਿੰਨੀਆਂ ਵੀ LMIA ਐਗਜ਼ੈਂਪਟ ਐਪਲੀਕੇਸ਼ਨ ਨੇ, ਟੀਚਰ ਸਪਾਊਸ ਹੋ ਗਏ, ਵਰਕਰਸ ਦੇ ਜਾਂ ਸਟੂਡੈਂਟਸ ਦੇ, ਉਹ ਪੇਪਰ ਐਪਲੀਕੇਸ਼ਨ ਵੀ ਕਰ ਸਕਦੇ ਆ। ਸੋ ਇਹੀ ਐਗਜ਼ੈਂਪਸ਼ਨ ਹੋਣ ਕਰਕੇ ਹੀ ਉਹਨਾਂ ਦੇ ਸਕਸੈਸ ਦੇ ਚਾਂਸਸ ਜ਼ਿਆਦਾ ਨੇ, ਕਿਉਂਕਿ ਆਨਲਾਈਨ ਦੇ ਵਿੱਚੋਂ ਜਿਹੜੀ ਸਪੇਸ ਹੈ, ਜਗ੍ਹਾ ਹੈ, ਉਹ ਬਹੁਤ ਘੱਟ ਹੈ। ਘੱਟ ਹੋਣ ਕਰਕੇ ਤੁਹਾਨੂੰ ਸਬੂਤ ਦੇਣ ਦੇ ਉੱਤੇ ਲਿਮਿਟੇਸ਼ਨ ਹੋ ਜਾਂਦਾ। ਲਿਮਿਟੇਸ਼ਨ ਤੁਸੀਂ 20 ਕਾਗਜ਼ ਦੇਣੇ ਨੇ ਤਾਂ ਕਾਗਜ਼ ਦੇਣ ਦੀ ਜਗ੍ਹਾ 2 ਦੀ ਹੈ, ਪਰ ਜ਼ਿੰਮੇਵਾਰੀ ਤੁਹਾਡੀ ਹੈ ਸਾਰੀ ਕਿ ਤੁਸੀਂ ਪ੍ਰੂਵ ਕਰਨਾ। ਤਾਂ ਤੁਸੀਂ ਪ੍ਰੂਫ ਦੇ ਨਹੀਂ ਸਕਦੇ ਤੇ ਪਰ ਜ਼ਿੰਮੇਵਾਰੀ ਵੀ ਤੁਹਾਡੀ ਹੈ, ਇਹ ਤਾਂ ਤੁਹਾਨੂੰ ਰਿਸਟ੍ਰਿਕਟ ਕਰਨ ਦੇ ਬਰਾਬਰ ਹੈ। ਇਸੇ ਚੀਜ਼ ਤੋਂ ਬਚਣ ਲਈ ਉਹਨਾਂ ਨੇ ਐਗਜ਼ੈਂਪਸ਼ਨ ਦੇ ਦਿੱਤੀ। ਹੁਣ ਜੇ ਕੋਈ ਇੰਡੀਵਿਜੂਅਲ ਹੈ, ਉਹਦਾ ਕੇਸ ਰਿਫਿਊਜ਼ ਹੋ ਗਿਆ ਤੇ ਉਹ ਕੋਰਟ 'ਚ ਜਾਂਦਾ ਹੈ, ਕੋਰਟ 'ਚ ਜਾ ਕੇ ਕਹੂਗਾ ਜੀ ਉੱਥੇ ਤਾਂ 3 MB ਸਪੇਸ ਸੀ, ਮੈਂ ਕਿੰਨੀਆਂ ਕਾਗਜ਼ ਦਿੰਦਾ, ਤਾਂ ਨਾਲ ਦੀ ਨਾਲ ਸਰਕਾਰੀ ਵਕੀਲ ਇਹ ਕਹੂਗਾ ਨਹੀਂ ਜੀ ਇਹਦੇ ਕੋਲ ਆਪਸ਼ਨ ਸੀਗੀ, ਇਹ ਪੇਪਰ ਵੀ ਕਰ ਸਕਦਾ ਸੀ। ਸੋ ਸਰਕਾਰ ਨੇ ਦੋਵੇਂ ਚੀਜ਼ਾਂ ਨੂੰ ਆਪਣੇ ਹੱਥ 'ਚ ਰੱਖ ਲਿਆ, ਇਨਕਰੇਜ ਕਰਤਾ ਕਿ ਤੁਸੀਂ ਆਨਲਾਈਨ ਅਪਲਾਈ ਕਰੋ ਪਰ ਸਬੂਤ ਤੁਸੀਂ ਦੇਣੇ ਹੈ, ਤੇ ਦੂਜੇ ਪਾਸੇ ਜੇ ਪੇਪਰ ਕਰਦੇ ਹੋ ਤਾਂ ਸਬੂਤ ਪੂਰੇ ਦੇ ਸਕਦੇ ਹੋ। ਸੋ ਇਹ ਬਹੁਤ ਐਂਬੀਗਸ ਸਿਚੁਏਸ਼ਨ ਹੈ। ਪਰ ਇਹ ਫਿਰ ਸਟਿਲ ਉਹੀ ਗੱਲ ਆ ਜਾਂਦੀ ਹੈ ਕਿ ਫੋਰਨ ਨੈਸ਼ਨਲਸ ਦੇ ਰਾਈਟ ਹੋਰ ਨੇ ਤੇ ਕੈਨੇਡੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਦੇ ਜਿਹੜੇ ਰਾਈਟਸ ਨੇ ਉਹ ਡਿਫਰੈਂਟ ਹੈਗੇ। ਬਿਲਕੁਲ ਜੀ। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਦੇ ਉੱਤੇ ਕੋਈ ਇਸ ਵਕਤ ਕੋਈ ਅਪਡੇਸ਼ਨ ਹੋਵੇ ਇਸ ਸਾਲ? ਬਿਲਕੁਲ ਵੀ ਇਸ ਐਪਲੀਕੇਸ਼ਨਸ ਨੂੰ ਕੋਈ ਵੀ ਇਸ ਵਕਤ ਅਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਆਈ। ਨਹੀਂ ਤਰਨ, ਸ਼ਾਇਦ ਐਤਕੀ ਆਸ ਵੀ ਨਹੀਂ ਹੈਗੀ ਹੈ। ਉਹਦਾ ਰੀਜ਼ਨ ਹੈਗਾ ਕਿ 1 ਅਪ੍ਰੈਲ ਜਿਹੜਾ 2020 ਸੀ, ਉਸ ਦਿਨ ਸਰਕਾਰ ਨੇ ਕਿਹਾ ਸੀਗਾ ਕਿ ਉਹ ਜਿਹੜੀ ਨਵੀਂ ਨੀਤੀ ਹੈਗੀ ਹੈ ਇਨਟੇਕ ਲਈ, ਇਨਟੇਕ ਕਿਵੇਂ ਕਰਨਾ ਹੈ ਐਪਲੀਕੇਸ਼ਨ ਦਾ, ਉਹ ਨਵੀਂ ਨੀਤੀ ਦਾ ਐਲਾਨ 1 ਅਪ੍ਰੈਲ ਦੇ ਨੇੜੇ ਤੇੜੇ ਕਰਨਗੇ ਜੀ। ਉਹ ਤੋਂ ਪਹਿਲਾਂ ਕੋਵਿਡ ਸਿਚੁਏਸ਼ਨ ਆ ਗਈ ਹੈ ਤੇ ਫਿਰ ਉਹ ਤੋਂ ਬਾਅਦ ਉਹ ਐਲਾਨ ਹੈ ਜਿਹੜਾ ਉਹ ਪੋਸਟਪੋਨ ਕਰ ਦਿੱਤਾ ਗਿਆ। ਜਿਹੜੀ ਇਹ ਨਵੀਂ ਨੀਤੀ ਹੋਊਗੀ ਇਹ ਪਿਛਲੀਆਂ ਨਾਲੋਂ ਬਹੁਤ ਵੱਖਰੀ ਹੋਊ, ਕਿਉਂਕਿ ਪਹਿਲਾਂ ਲਾਟਰੀ ਸਿਸਟਮ ਫੇਲ ਹੋ ਗਿਆ, ਫਸਟ ਕਮ ਫਸਟ ਬੇਸ ਹੋ ਗਿਆ। ਉਹ ਜਿਹੜੀਆਂ ਚੀਜ਼ਾਂ ਸਾਰੀਆਂ ਫੇਲ ਹੋਈਆਂ ਨੇ ਉਸੇ ਚੀਜ਼ ਨੂੰ ਹੀ ਸਹੀ ਕਰਨ ਲਈ ਇਹ ਪ੍ਰੋਸੀਜਰ ਲਿਆਂਦਾ ਗਿਆ ਸੀ, ਕਿਉਂਕਿ ਲੋਕ ਬਹੁਤ ਫਰਸਟ੍ਰੇਟਡ ਨੇ। ਜੇ ਉਹੋ ਜਿਹਾ ਹੀ ਕੋਈ ਫੇਰ ਪ੍ਰੋਸੀਜਰ ਆ ਗਿਆ ਤੇ ਫਿਰ ਫਰਸਟ੍ਰੇਸ਼ਨ ਬਹੁਤ ਵੱਧ ਜਾਣੀ ਹੈ। ਤੇ ਦੂਜੀ ਮਾਈਨੋਰਿਟੀ ਸਰਕਾਰ ਹੈਗੀ ਹੈ, ਤੇ ਜੇ ਇਹੋ ਜਿਹਾ ਕੋਈ ਪ੍ਰੋਗਰਾਮ ਲੈ ਆਉਂਦੇ ਨੇ ਜਿੱਥੇ ਲੋਕਾਂ ਦੀ ਫਰਸਟ੍ਰੇਸ਼ਨ ਬਹੁਤ ਦੇਖਣ ਨੂੰ ਮਿਲਦੀ ਹੈ ਤਾਂ ਫਿਰ ਵੋਟਾਂ ਦਾ ਨੁਕਸਾਨ ਵੀ ਹੋ ਸਕਦਾ ਜੀ। ਸੋ ਸ਼ਾਇਦ ਆਹ ਸਾਲ 'ਚ ਤਾਂ ਇਹ ਆਸ ਨਹੀਂ ਹੈਗੀ ਹੈ ਕਿ ਪੇਰੈਂਟਸ ਦਾ ਜਿਹੜਾ ਪ੍ਰੋਗਰਾਮ ਹੈ ਉਹ ਖੁੱਲੂਗਾ। ਰਾਦਰ ਕਿ ਜਿਹੜੇ ਨਵੇਂ ਨੰਬਰਸ ਹੁਣ ਸੁਣਨ ਨੂੰ ਮਿਲੇ ਆ, ਉਹ ਤੋਂ ਇਹ ਵੀ ਲੱਗਦਾ ਹੈ ਕਿ ਜਿਹੜੀਆਂ ਐਪਲੀਕੇਸ਼ਨ ਚੱਲ ਰਹੀਆਂ ਨੇ ਉਹਨਾਂ ਦਾ ਪ੍ਰੋਸੈਸ ਹੋਣਾ ਵੀ ਜਿਹੜਾ ਡਿਲੇ ਬਹੁਤ ਜ਼ਿਆਦਾ ਹੋ ਰਿਹਾ, ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜੇ ਵੀਜ਼ਾ ਉਹਨੂੰ ਇੰਡੀਵਿਜੂਅਲ ਨੂੰ ਦੇਣਾ ਹੀ ਕਿਉਂ ਹੈ ਜੇ ਉਹ ਟਰੈਵਲ ਹੀ ਨਹੀਂ ਕਰ ਸਕਦਾ ਹੈਗਾ। ਕਿਉਂਕਿ ਪਹਿਲਾਂ ਵਾਲੀ ਸਿਚੁਏਸ਼ਨ 'ਚ ਵੀ ਇਹ ਹੋਇਆ ਕਿ ਜਿਹੜੇ ਲੋਕਾਂ ਨੂੰ 18 ਮਾਰਚ ਤੋਂ ਬਾਅਦ ਵੀਜ਼ੇ ਮਿਲੇ ਨੇ ਉਹ ਟਰੈਵਲ ਨਹੀਂ ਕਰ ਪਾਏ, ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਮਿਲੇ ਨੇ ਤੇ ਉਹ ਸਰਟਨ ਟਾਈਮ ਤੱਕ ਸੀ ਉਹ ਐਕਸਪਾਇਰ ਹੋ ਗਏ, ਹਾਲੇ ਤੱਕ ਉਹਨਾਂ ਨੂੰ ਵੀ ਨਵੇਂ ਦੇਣ ਦਾ ਕੰਮ ਸ਼ੁਰੂ ਨਹੀਂ ਹੋਇਆ ਹੈਗਾ। ਉਹ ਨਵੇਂ ਦੇਣ ਦਾ ਤਾਂ ਹੀ ਸ਼ੁਰੂ ਹੋਗਾ ਤਾਂ
ਜਦੋਂ ਟਰੈਵਲ ਰਿਸਟ੍ਰਿਕਸ਼ਨਸ ਹਟਣਗੀਆਂ, ਕਿਉਂਕਿ ਕੋਈ ਫਾਇਦਾ ਨਹੀਂ ਹੈਗਾ ਉਹਨੂੰ ਐਕਸਟੈਂਡ ਕਰਤਾ ਤੁਸੀਂ ਤੇ 4 ਮਹੀਨੇ ਟਰੈਵਲ ਰਿਸਟ੍ਰਿਕਸ਼ਨ ਫਿਰ ਨਾ ਹਟੀਆਂ ਤੇ ਫਿਰ ਐਕਸਪਾਇਰ ਹੋ ਗਿਆ। ਉਹ ਇਹੀ ਕੰਮ ਹੁੰਦਾ ਰਹੂਗਾ। ਤੋ ਉਹ ਇਸੇ ਚੀਜ਼ ਦੀ ਵੇਟ ਹੋ ਰਹੀ ਹੈ ਕਿ ਕਦੋਂ ਇਹ ਟਰੈਵਲ ਰਿਸਟ੍ਰਿਕਸ਼ਨ ਹਟਣ ਤੇ ਫਿਰ ਕਦੋਂ ਉਹ ਨਾਰਮਲਾਈਜ਼ ਸਿਚੁਏਸ਼ਨ ਦੇ ਵਿੱਚ ਕੰਮ ਕਰਨ। ਪਰ ਪ੍ਰਾਇੋਰਟੀ ਉਹਨਾਂ ਲੋਕਾਂ ਨੂੰ ਇਹ ਸਭ ਤੋਂ ਪਹਿਲਾਂ ਦਿੱਤੀ ਜਾਊਗੀ ਜਿਨ੍ਹਾਂ ਨੂੰ ਆਲਰੇਡੀ ਵੀਜ਼ੇ ਮਿਲੇ ਹੋਏ ਨੇ, ਕਿਉਂਕਿ ਉਹਨਾਂ ਨੂੰ ਡਾਕੂਮੈਂਟ ਰਿਨਿਊ ਕਰਕੇ ਫਟਾਫਟ ਭੇਜਿਆ ਜਾਊਗਾ ਰਾਦਰ ਕੇ ਨਵੀਂ ਐਪਲੀਕੇਸ਼ਨ ਪ੍ਰੋਸੈਸ ਕਰਕੇ। ਅਦਰਵਾਈਜ਼ ਉਹ ਤਾਂ ਸਿਸਟਮ 'ਚੋਂ ਫਿਰ ਬਾਹਰ ਹੁੰਦੇ ਚਲੇ ਜਾਣਗੇ ਜੀ। ਤੋ ਸਿਮਿਲਰਲੀ ਪੇਰੈਂਟਸ ਗ੍ਰੈਂਡ ਪੇਰੈਂਟਸ ਦੇ ਉੱਤੇ ਵੀ ਇਹ ਹੈ, ਜਿਨ੍ਹਾਂ ਦੀਆਂ ਐਪਲੀਕੇਸ਼ਨਸ ਬਿਲਕੁਲ ਨੇੜੇ ਲੱਗੀਆਂ ਨੇ ਉਹਨਾਂ ਦੀ ਵਾਰੀ ਸਭ ਤੋਂ ਪਹਿਲਾਂ ਆਊਗੀ। ਇਹ ਨਹੀਂ ਹੈਗਾ ਕਿ ਹੁਣ ਇਨਟੇਕ ਕਰਕੇ ਤੇ ਮੂਹਰੇ ਵਾਲੇ ਨੂੰ ਪਾਸੇ 'ਚ ਹਟਾ ਦਿਓ। ਤੋ ਜੇ ਉਹਨਾਂ ਦੀ ਕੋਈ ਡਿਲੇ ਚੱਲ ਰਹੀ ਹੈਗੀ ਆ, ਇਹੋ ਜਿਹੇ ਕੇਸ ਵੀ ਨੇ ਜਿਹੜੇ ਹਲੇ 13-14 ਦੇ ਵੀ ਪੇਰੈਂਟਸ ਗ੍ਰੈਂਡ ਪੇਰੈਂਟਸ ਦੇ ਕੇਸ ਹੈਗੇ ਨੇ ਜਿਹੜੇ ਕਿ ਸਟਿਲ ਆਨ ਗੋਇੰਗ ਹਾਲੇ ਚੱਲ ਰਹੇ ਨੇ। 14 'ਚ ਜਦੋਂ ਐਪਲੀਕੇਸ਼ਨ ਦੁਬਾਰਾ ਇਨਟੇਕ ਸ਼ੁਰੂ ਹੋਈਆਂ ਸੀ ਉਦੋਂ ਦੇ ਵੀ ਇਹੋ ਜਿਹੇ ਕੇਸ ਨੇ ਜਿਹੜੇ ਹਾਲੇ ਤੱਕ ਪ੍ਰੋਸੈਸ ਨਹੀਂ ਹੋਏ, ਜਿਹਨੂੰ ਇੰਨਾ ਟਾਈਮ ਲੱਗ ਗਿਆ। ਉਹਨਾਂ 'ਚ ਕਈ ਤਰ੍ਹਾਂ ਦੇ ਇਸ਼ੂਜ਼ ਹੋ ਸਕਦੇ ਨੇ, ਜਿਵੇਂ ਸਿਕਿਉਰਿਟੀ ਕਲੀਅਰੈਂਸ ਹੈ, ਕੋਈ ਫੌਜ 'ਚ ਕੰਮ ਕਰਦਾ ਸੀ, ਕੋਈ ਪੁਲਿਸ 'ਚ ਕੰਮ ਕਰਦਾ ਸੀ, ਜਾਂ ਉਹ ਕਿਸੇ ਆਰਗੇਨਾਈਜੇਸ਼ਨ ਦਾ ਹਿੱਸਾ ਸੀ, ਉਹਨਾਂ ਦੇ ਕੇਸ ਹਾਲੇ ਵੀ ਆਨ ਗੋਇੰਗ ਚੱਲ ਰਹੇ ਨੇ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ? ਤਰਨ, ਜਿਵੇਂ ਮੈਂ ਆਪਾਂ ਗੱਲ ਕਰਦੇ ਹਾਂ ਕਿ ਪ੍ਰੋਗਰਾਮ ਦੇ ਉੱਤੇ ਆਪਾਂ ਇਹ ਬਹੁਤ ਬੇਸਿਕ ਜਾਣਕਾਰੀ ਇੱਥੇ ਸਾਂਝੀ ਕਰ ਸਕਦੇ ਹਾਂ। ਇਮੀਗ੍ਰੇਸ਼ਨ ਲਾਅ ਹੈਗਾ ਤੇ ਲਾਅ ਬਹੁਤ ਵਾਸਟ ਹੈਗਾ, ਉਹਦੇ ਬਹੁਤ ਐਸਪੈਕਟਸ ਹੁੰਦੇ ਨੇ। ਸੋ ਸਿਰਫ ਆਪਣੀ ਗੱਲ ਸੁਣ ਕੇ ਹੀ ਕੋਈ ਫੈਸਲਾ ਨਾ ਕਰਿਆ ਜਾਵੇ। ਤੁਸੀਂ ਗੱਲ ਸੁਣਦੇ ਹੋ, ਤੁਸੀਂ ਮੋਸਟ ਵੈਲਕਮ, ਸਾਡੇ ਆਫਿਸ ਨੂੰ ਕਾਲ ਕਰੋ ਜੀ। ਉਹ ਤੋਂ ਬਾਅਦ ਥੋੜੀ ਅਸੈਸਮੈਂਟ ਕਰਕੇ ਤੁਹਾਨੂੰ ਤੁਹਾਡੇ ਕੇਸ ਬਾਰੇ ਸਹੀ ਤਰੀਕੇ ਨਾਲ ਦੱਸਿਆ ਜਾਊਗਾ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਲਈ। ਸੋ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ, ਜਦੋਂ ਵੀ ਤੁਸੀਂ ਇਮੀਗ੍ਰੇਸ਼ਨ ਸੰਬੰਧੀ ਕੁਝ ਵੀ ਮਿਸਟਰ ਖਹਿਰਾ ਤੋਂ ਜੋ ਵੀ ਸੁਣਦੇ ਹੋ, ਇੱਕ ਵਾਰੀ ਕਨਫਰਮ ਜ਼ਰੂਰ ਕਰੋ, ਉਹਨਾਂ ਦੇ ਆਫਿਸ ਦੇ ਵਿੱਚ ਕਾਲ ਜ਼ਰੂਰ ਕਰੋ। ਕੋਈ ਅਸੈਸਮੈਂਟ ਕਰਵਾਉਣਾ ਚਾਹੁੰਦੇ ਹੋ ਜਾਂ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਤੁਸੀਂ ਅਪਡੇਸ਼ਨ ਲੈਣਾ ਚਾਹੁੰਦੇ ਹੋ, ਮਿਸਟਰ ਖਹਿਰਾ ਨੂੰ ਉਹਨਾਂ ਦੇ ਫੋਨ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। ਫੋਨ ਨੰਬਰ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਨੇ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV।